ਪਿਆਰੇ ਵਿਦਿਆਰਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨੀਕ ਸਿੰਘ, ਲੈਕਚਰਰ ਫਿਜ਼ਿਕਸ, ਸਕੂਲ ਆਫ ਐਮੀਨੈਂਸ ਲੰਬੀ, ਸ਼੍ਰੀ ਮੁਕਤਸਰ ਸਾਹਿਬ। ਬੇਟਾ, ਜਿਹੜਾ ਟੌਪਿਕ ਅੱਜ ਆਪਾਂ ਡਿਸਕਸ ਕਰਾਂਗੇ ਉਸ ਟੌਪਿਕ ਦਾ ਨਾਮ ਹੈ ਆਪਣੇ ਕੋਲੇ ਡੋਪਲਰਜ਼ ਇਫੈਕਟ। ਇਹਨੂੰ ਸਾਊਂਡ ਦੇ ਵਿੱਚ ਹੈ ਜਿਹੜਾ ਅਸੀਂ ਸਟੱਡੀ ਕਰਾਂਗੇ। ਲਾਈਟ ਦੇ ਵਿੱਚ ਵੀ ਡੋਪਲਰ ਇਫੈਕਟ ਹੁੰਦਾ। ਦੇਖੋ, ਡੋਪਲਰ ਇਫੈਕਟ ਬਾਰੇ ਆਪਾਂ ਨੂੰ ਬਾਏ ਨੇਮ ਨਹੀਂ ਪਤਾ ਹੁੰਦਾ, ਬਟ ਇਹ ਚੀਜ਼ ਅਸੀਂ ਆਪਦੀ ਲਾਈਫ ਦੇ ਵਿੱਚ ਡੇਲੀ ਬੇਸਿਸ ਦੇ ਉੱਪਰ ਇਹਨੂੰ ਅਬਜ਼ਰਵ ਕਰਦੇ ਹਾਂ। ਕਿਵੇਂ ਅਬਜ਼ਰਵ ਕਰਦੇ ਹਾਂ? ਦੇਖੋ ਬੇਟੇ, ਇਫ ਦੀ ਸੋਰਸ ਆਫ ਲਾਈਟ ਇਜ਼ ਕਮਿੰਗ ਟੂਵਰਡਸ ਅਸ, ਜੇਕਰ ਸੋਰਸ ਆਫ ਲਾਈਟ ਸਾਡੇ ਵੱਲ ਆ ਰਿਹਾ ਤਾਂ ਲਾਈਟ ਸਾਨੂੰ ਜ਼ਿਆਦਾ ਨਜ਼ਰ ਆਉਂਦੀ ਹੈ। ਜੇ ਸੋਰਸ ਆਫ ਲਾਈਟ ਸਾਡੇ ਤੋਂ ਦੂਰ ਜਾ ਰਿਹਾ ਤਾਂ ਸਾਡੇ ਕੋਲ ਲਾਈਟ ਘਟਦੀ ਹੋਈ ਨਜ਼ਰ ਆਉਂਦੀ ਹੈ। ਉਸੇ ਤਰ੍ਹਾਂ ਨਾਲ ਜੇਕਰ ਕੋਈ ਕਾਰ ਹੈ, ਜੇਕਰ ਉਹ ਹੌਰਨ ਮਾਰਦੀ ਹੋਈ ਸਾਡੇ ਵੱਲ ਆ ਰਹੀ ਹੈ, ਤਾਂ ਜਿਵੇਂ ਹੀ ਉਹ ਸਾਡੇ ਵੱਲ ਆ ਰਹੀ ਹੈ ਤਾਂ ਆਪਣੇ ਕੋਲੇ ਸਾਊਂਡ ਦੀ ਇੰਟੈਂਸਿਟੀ ਕੀ ਹੁੰਦੀ ਹੈ? ਜ਼ਿਆਦਾ। ਕਹਿਣ ਦਾ ਮਤਲਬ ਸਾਨੂੰ ਜ਼ਿਆਦਾ ਸਾਊਂਡ ਹੈ ਜਿਹੜੀ ਹੌਰਨ ਦੀ ਸੁਣਾਈ ਦਿੰਦੀ ਹੈ। ਬਟ ਜਿਵੇਂ ਹੀ ਉਹ ਸਾਡੇ ਤੋਂ ਦੂਰ ਮੂਵ ਕਰਨ ਲੱਗ ਜਾਂਦੀ ਹੈ, ਹਾਰਨ ਮੰਨ ਲਓ ਵਜਾ ਰਹੀ ਹੈ, ਤਾਂ ਹੌਲੀ ਹੌਲੀ ਹੌਰਨ ਦਾ ਸਾਊਂਡ ਹੌਲੀ ਹੌਲੀ ਆਪਣੇ ਕੋਲ ਕੀ ਹੈ? ਘਟਦਾ ਜਾਂਦਾ ਹੈ। ਇਸੇ ਹੀ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਡੋਪਲਰਜ਼ ਇਫੈਕਟ। ਠੀਕ ਹੈ ਜੀ। ਡੋਪਲਰ ਇਫੈਕਟ ਨੂੰ ਸਟੱਡੀ ਕਰਨ ਦੇ ਲਈ ਆਪਾਂ ਨੂੰ ਜਿਹੜਾ ਬੇਸ ਚਾਹੀਦਾ ਬੈਕਗਰਾਊਂਡ ਤੇ, ਉਹ ਅਸੀਂ ਮਕੈਨੀਕਲ ਵੇਵਸ ਦੀਆਂ ਟਾਈਪਸ ਬਾਰੇ ਸਟੱਡੀ ਕਰਾਂਗੇ। ਫਿਰ ਸਾਊਂਡ ਵੇਵ ਦੇ ਕਰੈਕਟਰਿਸਟਿਕਸ ਜਾਂ ਵੇਵਸ ਦੇ ਕਰੈਕਟਰਿਸਟਿਕਸ ਬਾਰੇ, ਫਿਰ ਕਿਹੜੇ ਕਿਹੜੇ ਫੈਕਟਰ ਆ ਜਿਹੜੇ ਇਹਨਾਂ ਨੂੰ ਇਫੈਕਟ ਕਰਦੇ ਆ। ਜਦੋਂ ਇਹ ਟਰਮ ਆਪਣੇ ਕੋਲ ਕਲੀਅਰ ਹੋ ਜਾਣਗੀਆਂ, ਫਿਰ ਅਸੀਂ ਡਿਸਕਸ ਕਰਾਂਗੇ ਡੋਪਲਰਸ ਇਫੈਕਟ। ਠੀਕ ਹੈ ਜੀ। ਚਲੋ ਆਪਾਂ ਇਸ ਲੈਕਚਰ ਨੂੰ ਅੱਗੇ ਵਧਾਉਣੇ ਆ ਤੇ ਪ੍ਰੋਸੈਸ ਨੂੰ ਆਪਾਂ ਸਟਾਰਟ ਕਰਦੇ ਹਾਂ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਬੇਟੇ ਡਿਸਕਸ ਕਰਦੇ ਹਾਂ ਟਾਈਪਸ ਆਫ ਵੇਵਸ। ਟਾਈਪਸ ਆਫ ਵੇਵਸ, ਮਕੈਨੀਕਲ ਵੇਵਸ ਦੀ ਆਪਾਂ ਜੇ ਗੱਲ ਕਰੀਏ ਤਾਂ ਮਕੈਨੀਕਲ ਵੇਵਸ ਦੋ ਤਰ੍ਹਾਂ ਦੀਆਂ ਹੁੰਦੀਆਂ ਬੇਟੇ, ਟਰਾਂਸਵਰਸ ਵੇਵ ਐਂਡ ਲੌਂਗੀਟਿਊਡਨਲ। ਡਿਪੈਂਡਿੰਗ ਅਪੋਨ ਹਾਊ ਦੀ ਪਾਰਟੀਕਲ ਇਜ਼ ਵਾਈਬਰੇਟਿੰਗ। ਪਾਰਟੀਕਲ ਹੈ ਜਿਹੜਾ ਵੇਵਸ ਨੂੰ ਪ੍ਰੋਡਿਊਸ ਕਰ ਰਿਹਾ, ਐਕਚੁਅਲ ਦੇ ਵਿੱਚ ਵੇਵ ਕੀ ਹੈ? ਇਹ ਇੱਕ એનર્ਜੀ ਹੈ ਜਿਹੜੀ ਇੱਕ ਪਾਰਟੀਕਲ ਦੇ ਵਾਈਬਰੇਟ ਕਰਨ ਦੇ ਨਾਲ ਪ੍ਰੋਡਿਊਸ ਹੋ ਰਹੀ ਹੈ। ਹੁਣ ਵਾਈਬਰੇਟ ਕਰਨ ਦੇ ਦੋ ਹੀ ਤਰੀਕੇ, ਜਾਂ ਤਾਂ ਪਾਰਟੀਕਲ ਇਸ ਤਰ੍ਹਾਂ ਨਾਲ ਵਾਈਬਰੇਟ ਕਰ ਸਕਦਾ, ਇਹਨੂੰ ਕਹਿੰਦੇ ਆਪਾਂ ਮੀਨ ਪੋਜੀਸ਼ਨ, ਜਾਂ ਪਾਰਟੀਕਲ ਇਸ ਤਰ੍ਹਾਂ ਨਾਲ ਵਾਈਬਰੇਟ ਕਰ ਸਕਦਾ। ਹੁਣ ਜੇਕਰ ਵੇਵ ਹੈ ਜਿਹੜੀ ਉਹ ਮੰਨ ਲਓ ਇਸ ਸਾਈਡ ਤੇ ਮੂਵ ਕਰ ਰਹੀ ਹੈ, ਤੇ ਇਹਨੂੰ ਆਪਾਂ ਕਹਿੰਦੇ ਪਾਥ ਆਫ ਪ੍ਰੋਪੇਗੇਸ਼ਨ। ਜੇਕਰ ਪਾਰਟੀਕਲ ਕਿਵੇਂ ਮੂਵ ਕਰ ਰਿਹਾ? ਪਰਪੈਂਡੀਕੂਲਰ ਟੂ ਦੀ ਪਾਥ ਆਫ ਪ੍ਰੋਪੇਗੇਸ਼ਨ, ਤਾਂ ਜਿਹੜੀ ਵੇਵ ਪ੍ਰੋਡਿਊਸ ਹੋਵੇਗੀ ਉਹਨੂੰ ਆਪਾਂ ਕਹਿੰਦੇ ਆ ਟਰਾਂਸਵਰਸ ਵੇਵ। ਜਿਵੇਂ ਆਪਾਂ ਇੱਕ ਰੱਸੀ ਨੂੰ ਕੰਧ ਦੇ ਨਾਲ ਬੰਨ੍ਹ ਕੇ ਇਹਨੂੰ ਇੱਥੋਂ ਜਰਕ ਦਿੰਦੇ ਹਾਂ, ਤੇ ਇਸ ਤਰ੍ਹਾਂ ਦੀਆਂ ਜਿਹੜੀ ਵੇਵ ਪ੍ਰੋਡਿਊਸ ਹੁੰਦੀ ਹੈ ਉਹ ਟਰਾਂਸਵਰਸ ਵੇਵ ਹੈ। ਲਾਈਟ ਵੀ ਜਿਹੜੀ ਆਪਣੇ ਕੋਲ ਕੀ ਟਰਾਂਸਵਰਸ ਵੇਵ ਹੈ। ਇਸ ਵੇਵ ਨੂੰ ਮੂਵ ਕਰਨ ਦੇ ਲਈ ਕਿਸੇ ਵੀ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ ਜੀ। ਹੁਣ ਇਸ ਵੇਵ ਜਿਹੜੀ ਆਪਣੇ ਕੋਲ ਮੂਵ ਕਰ ਰਹੀ ਹੈ, ਜਦੋਂ ਪਾਰਟੀਕਲ ਆਪਣੇ ਕੋਲ ਵਾਈਬਰੇਟ ਕਰ ਰਿਹਾ, ਤਾਂ ਜਿੰਨਾ ਮੈਕਸਿਮਮ ਉਹ ਉੱਪਰ ਜਾ ਰਿਹਾ ਉਸ ਪੁਆਇੰਟ ਨੂੰ ਆਪਾਂ ਕਹਿੰਦੇ ਹਾਂ ਕਰਸਟ। ਜਿੰਨਾ ਉਹ ਨਾਰਮਲ ਜਾਂ ਮੀਨ ਪੋਜੀਸ਼ਨ ਤੋਂ ਨੀਚੇ ਜਾ ਰਿਹਾ ਉਹਨੂੰ ਆਪਾਂ ਕਹਿੰਦੇ ਹਾਂ ਟਰਫ। ਠੀਕ ਹੈ ਜੀ। ਮੈਕਸਿਮਮ ਡਿਸਟੈਂਸ ਮੂਵਡ ਬਾਈ ਦੀ ਪਾਰਟੀਕਲ ਫਰੋਮ ਦੀ ਮੇਨ ਪੋਜੀਸ਼ਨ, ਜਿਹਨੂੰ ਆਪਾਂ ਕਰਸਟ ਕਿਹਾ ਸੀਗਾ, ਤਾਂ ਉਸ ਮੈਕਸਿਮਮ ਡਿਸਟੈਂਸ ਨੂੰ ਆਪਾਂ ਕੀ ਕਹਿ ਦਿੰਦੇ? ਐਂਪਲੀਟਿਊਡ। ਐਂਪਲੀਟਿਊਡ ਇਜ਼ ਨਥਿੰਗ ਬਟ ਦੀ ਡਿਸਪਲੇਸਮੈਂਟ ਆਫ ਦੀ ਵਾਈਬਰੇਟਿੰਗ ਪਾਰਟੀਕਲ ਫਰੋਮ ਦੀ ਮੇਨ ਪੋਜੀਸ਼ਨ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਇਹ ਟਰਾਂਸਵਰਸ ਵੇਵ ਦਾ ਹੋ ਗਿਆ। ਬਟ ਜੇਕਰ ਪਾਰਟੀਕਲ ਹੈ ਜਿਹੜੀ ਸਾਈਡ ਤੇ ਵੇਵ ਮੂਵ ਕਰ ਰਹੀ ਹੈ ਉਸੇ ਹੀ ਸਾਈਡ ਤੇ ਕੀ ਕਰ ਰਿਹਾ? ਵਾਈਬਰੇਟ ਕਰ ਰਿਹਾ ਅਲੋਂਗ ਦੀ ਪਾਥ ਆਫ ਦੀ ਪ੍ਰੋਪੇਗੇਸ਼ਨ। ਇਸ ਸਾਈਡ ਤੇ ਵੇਵ ਜਾ ਰਹੀ ਹੈ ਤਾਂ ਪਾਥ ਆਫ ਪ੍ਰੋਪੇਗੇਸ਼ਨ ਇੱਧਰ ਹੋ ਗਿਆ। ਪਾਰਟੀਕਲ ਕਿਸ ਤਰ੍ਹਾਂ ਨਾਲ ਵਾਈਬਰੇਟ ਕਰ ਰਿਹਾ? ਇਸ ਤਰ੍ਹਾਂ ਨਾਲ। ਤਾਂ ਕਿਹੜੀ ਵੇਵ ਪ੍ਰੋਡਿਊਸ ਹੋਏਗੀ? ਲੌਂਗੀਟਿਊਡਨਲ। ਹੁਣ ਇਸ ਵੇਵ ਦੇ ਪ੍ਰੋਡਿਊਸ ਹੋਣ ਦੇ ਲਈ, ਜਿਵੇਂ ਇੱਥੇ ਕਰਸਟ ਤੇ ਟਰਫ ਬਣੇ ਸੀ ਆਪਣੇ ਕੋਲੇ, ਇੱਥੇ ਆਪਣੇ ਕੋਲ ਕੀ ਹੈ? ਜਦੋਂ ਵੇਵ ਇੱਧਰਲੀ ਸਾਈਡ ਤੇ ਮੂਵ ਕਰੇਗੀ ਤਾਂ ਇਹ ਮੀਡੀਅਮ ਦੇ ਮਟੀਰੀਅਲ ਨੂੰ ਪੁਸ਼ ਕਰੇਗੀ, ਜਿਹਦੇ ਨਾਲ ਮਟੀਰੀਅਲ ਦੀ ਡੈਂਸਿਟੀ ਇੱਕ ਥਾਂ ਤੇ, ਜੇ ਇੱਧਰ ਡੈਂਸਿਟੀ ਵੱਧ ਗਈ ਤਾਂ ਮਟੀਰੀਅਲ ਤਾਂ ਉਹਨੇ ਇੱਧਰੋਂ ਹੀ ਲਿਆ, ਤਾਂ ਇੱਧਰ ਡੈਂਸਿਟੀ ਕੀ ਹੋ ਗਈ? ਘਟ ਗਈ। ਦੇਖੋ ਆਹ ਡਾਰਕ ਲਾਈਨਸ ਆਪਣੇ ਕੋਲ ਕੀ ਸ਼ੋ ਕਰਦੀਆਂ ਪਈਆਂ ਵੀ ਇੱਥੇ ਡੈਂਸਿਟੀ ਜ਼ਿਆਦਾ ਹੈ। ਤਾਂ ਟੈਕਨੀਕਲ ਵਰਡ ਆਪਾਂ ਕੀ ਯੂਜ਼ ਕਰਦੇ ਹਾਂ? ਕੰਪਰੈਸ਼ਨਸ। ਜਿੱਥੇ ਡੈਂਸਿਟੀ ਘਟ ਗਈ ਉਹਨੂੰ ਕਹਿੰਦੇ ਰੇਅਰਫੈਕਸ਼ਨਸ। ਸੋ ਲੌਂਗੀਟਿਊਡਨਲ ਵੇਵ ਕਿਵੇਂ ਮੂਵ ਕਰਦੀ ਹੈ ਬੇਟਾ? ਕੰਪਰੈਸ਼ਨ ਤੇ ਰੇਅਰਫੈਕਸ਼ਨ ਦੀ ਫਾਰਮ। ਕੰਪਰੈਸ਼ਨ ਤੇ ਰੇਅਰਫੈਕਸ਼ਨ ਦੀ ਫਾਰਮ। ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਆਪਾਂ ਗੱਲ ਕਰ ਰਹੇ ਹਾਂ
ਮੀਡੀਅਮ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਇਹਦੇ ਵਿੱਚ। ਜੇ ਮੀਡੀਅਮ ਨਹੀਂ ਹੋਏਗਾ ਤਾਂ ਵੇਵ ਹੈ ਜਿਹੜੀ ਆਪਣੇ ਕੋਲੇ ਮੂਵ ਨਹੀਂ ਕਰੇਗੀ, ਕਿਉਂਕਿ ਮਟੀਰੀਅਲ ਨੂੰ ਹੀ ਅੱਗੇ ਪਿੱਛੇ ਮੂਵ ਕਰਕੇ ਜਿਹੜੀ ਇਹ ਵੇਵ ਹੈ ਜਿਹੜੀ ਉਹ ਆਪਣੇ ਕੋਲ ਪ੍ਰੋਡਿਊਸ ਹੋ ਰਹੀ ਹੈ। ਆਪਾਂ ਜਿਹੜਾ ਅੱਜ ਡਿਸਕਸ ਕਰਨਾ ਹੈ ਸਾਊਂਡ ਵੇਵ ਬਾਰੇ, ਤਾਂ ਉਹ ਸਾਊਂਡ ਵੇਵ ਵੀ ਸਾਡੇ ਕੋਲੇ ਕੀ ਹੈ, ਲੌਂਗੀਟਿਊਡਨਲ ਵੇਵ। ਸਾਊਂਡ ਵੇਵ ਵੀ ਸਾਡੇ ਕੋਲ ਕੀ ਹੈ ਬੇਟਾ, ਲੌਂਗੀਟਿਊਡਨਲ ਵੇਵ ਹੈ। ਉਮੀਦ ਕਰਦਾ ਬੇਸਿਕ ਚੀਜ਼ ਹੈ ਜਿਹੜੀ ਉਹ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਵੇਵਸ ਦੇ ਬਾਰੇ। ਠੀਕ ਹੈ, ਇਸੇ ਚੀਜ਼ ਨੂੰ ਹੁਣ ਆਪਾਂ ਕੀ ਹੈ ਬੇਟੇ, ਇੱਕ ਨਿੱਕੇ ਜਿਹੇ ਐਨੀਮੇਸ਼ਨ ਦੇ ਨਾਲ ਹੈ ਜਿਹੜਾ ਉਹ ਆਪਾਂ ਦੇਖ ਸਕਦੇ ਹਾਂ। ਧਿਆਨ ਨਾਲ ਦੇਖੋ, ਪਾਰਟੀਕਲ ਦੇਖੋ ਇਸ ਤਰ੍ਹਾਂ ਨਾਲ ਅਪਵਰਡ ਡਾਊਨਵਰਡ ਜਾ ਰਿਹਾ, ਇਹਦਾ ਮਤਲਬ ਕਿਹੜੀ ਵੇਵ ਹੈ, ਟਰਾਂਸਵਰਸ। ਠੀਕ ਹੈ ਜੀ, ਹੁਣ ਦੇਖੋ ਧਿਆਨ ਨਾਲ ਪਾਰਟੀਕਲ ਕਿਵੇਂ ਮੂਵ ਕਰ ਰਿਹਾ, ਲੈਫਟ ਰਾਈਟ ਅਬਾਊਟ ਦੀ ਮੇਨ ਪੋਜੀਸ਼ਨ ਟੁਵਰਡ ਦੀ ਪਾਥ ਆਫ ਪ੍ਰੋਪੇਗੇਸ਼ਨ। ਜਿੱਧਰ ਵੇਵ ਇਧਰਲੀ ਸਾਈਡ ਤੇ ਮੂਵ ਕਰ ਰਹੀ ਹੈ, ਠੀਕ ਹੈ ਜੀ, ਵੇਵ ਆਪਣੇ ਕੋਲ ਜਿਸ ਸਾਈਡ ਤੇ ਮੂਵ ਕਰ ਰਹੀ ਹੈ, ਵੇਵ ਮੰਨ ਲਓ ਇੱਧਰ ਮੂਵ ਕਰ ਰਹੀ ਹੈ, ਤਾਂ ਜਿੱਥੇ ਡੈਂਸਿਟੀ ਵੱਧ ਰਹੀ ਹੈ ਉੱਥੇ ਆਪਣੇ ਕੋਲ ਕੀ ਹੋ ਰਿਹਾ, ਕੰਪਰੈਸ਼ਨਸ, ਜਿੱਥੇ ਡੈਂਸਿਟੀ ਘਟ ਰਹੀ ਹੈ ਉੱਥੇ ਰੇਅਰਫੈਕਸ਼ਨਸ। ਇਹ ਕਿਸ ਤਰ੍ਹਾਂ ਦੀ ਵੇਵ ਹੈ, ਲੌਂਗੀਟਿਊਡਨਲ। ਕਲੀਅਰ ਹੈ ਬੇਟੇ, ਓਕੇ, ਠੀਕ ਹੈ ਜੀ। ਦੁਬਾਰਾ ਦੇਖ ਲਓ ਇਸ ਚੀਜ਼ ਨੂੰ, ਦੇਖੋ ਜੇਕਰ ਪਾਰਟੀਕਲ ਅਪਵਰਡ ਡਾਊਨਵਰਡ ਹੋ ਰਿਹਾ ਮੇਨ ਪੋਜੀਸ਼ਨ 'ਚ, ਵੇਵ ਇੱਧਰਲੀ ਸਾਈਡ ਤੇ ਜਾ ਰਹੀ ਹੈ ਤਾਂ ਟਰਾਂਸਵਰਸ ਵੇਵ ਹੈ। ਹੁਣ ਦੇਖੋ ਪਾਰਟੀਕਲ ਕਿਵੇਂ ਮੂਵ ਕਰ ਰਿਹਾ, ਅਲੋਂਗ ਦੀ ਡਾਇਰੈਕਸ਼ਨ ਆਫ ਦੀ ਪ੍ਰੋਪੇਗੇਸ਼ਨ, ਕੰਪਰੈਸ਼ਨ ਐਂਡ ਰੇਅਰਫੈਕਸ਼ਨ ਆ ਜਿਹੜੇ ਪ੍ਰੋਡਿਊਸ ਹੋ ਰਹੇ। ਠੀਕ ਹੈ ਜੀ, ਓਕੇ। ਇੱਥੋਂ ਆਪਣੇ ਕੋਲੇ ਕੀ ਹੈ, ਬੇਸਿਕ ਚੀਜ਼ ਬਾਰੇ ਜਿਹੜੀ ਸਾਨੂੰ ਇਹ ਪੁਆਇੰਟ ਆਪਾਂ ਨੂੰ ਕਲੀਅਰ ਹੋ ਗਿਆ ਵੀ ਜਿਹੜੀਆਂ ਵੇਵਸ ਹੈ ਉਹ ਕਿੰਨੀ ਤਰ੍ਹਾਂ ਦੀਆਂ ਆਪਣੇ ਕੋਲ। ਠੀਕ ਹੈ ਜੀ, ਵੇਵਸ ਆਪਣੇ ਕੋਲੇ ਦੋ ਤਰ੍ਹਾਂ ਦੀਆਂ ਹੋ ਗਈਆਂ, ਲੌਂਗੀਟਿਊਡਨਲ ਤੇ ਟਰਾਂਸਵਰਸ, ਲੌਂਗੀਟਿਊਡਨਲ ਤੇ ਟਰਾਂਸਵਰਸ। ਠੀਕ, ਨੈਕਸਟ ਦੇਖੋ ਫਿਰ ਆਪਣੇ ਕੋਲੇ ਬੇਸਿਕ ਪ੍ਰੋਪਰਟੀਜ਼ ਆਫ ਦੀ ਸਾਊਂਡ ਵੇਵ। ਮਤਲਬ ਆਪਾਂ ਜਿਹੜੀਆਂ ਬੇਸਿਕ ਟਰਮਸ ਬਾਰੇ ਸਟੱਡੀ ਕਰਨਾ ਉਹ ਆਪਣੇ ਕੋਲੇ ਵੇਵ ਲੈਂਥ, ਜਿਹਨੂੰ ਅਸੀਂ ਲੈਮਡਾ ਨਾਲ ਡਿਨੋਟ ਕਰਾਂਗੇ। ਫ੍ਰੀਕੁਐਂਸੀ ਵੈਸੇ ਨਿਊ ਲਿਖਦੇ ਆ ਪਰ ਸੌਖਾ ਲਿਖਣ ਲਈ ਇਹਨੂੰ ਆਪਾਂ ਐਫ ਲਿਖ ਲਾਂਗੇ। ਪਿਚ ਹੈ, ਲਾਊਡਨੈਸ, ਇਹਨਾਂ ਫੈਕਟਰਸ ਬਾਰੇ ਅਸੀਂ ਜੇ ਅਸੀਂ ਸਟੱਡੀ ਕਰੀਏ, ਵਟ ਇਜ਼ ਵੇਵ ਲੈਂਥ, ਦੀ ਡਿਸਟੈਂਸ ਬਿਟਵੀਨ ਟੂ ਕੰਪਰੈਸ਼ਨਸ, ਲੌਂਗੀਟਿਊਡਨਲ ਦੀ ਗੱਲ ਕਰ ਰਹੇ ਹਾਂ, ਲਗਾਤਾਰ ਦੋ ਕੰਪਰੈਸ਼ਨਸ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਉਹਨੂੰ ਕਹਿੰਦੇ ਵੇਵ ਲੈਂਥ, ਜਾਂ ਦੋ ਰੇਅਰਫੈਕਸ਼ਨ ਦੇ ਵਿਚਕਾਰ ਦਾ ਡਿਸਟੈਂਸ ਉਹਨੂੰ ਕਹਿੰਦੇ ਵੇਵ ਲੈਂਥ। ਕਲੀਅਰ ਹੈ ਬੇਟੇ, ਜਿੰਨੇ ਕੰਪਰੈਸ਼ਨਸ ਦੂਰ ਦੂਰ ਹੋਣਗੇ ਉਨੀ ਵੇਵ ਲੈਂਥ ਜ਼ਿਆਦਾ ਹੋਏਗੀ, ਜਿੰਨੇ ਕੰਪਰੈਸ਼ਨਸ ਕਲੋਜ਼ ਹੋਣਗੇ ਉਨੀ ਵੇਵ ਲੈਂਥ ਕੀ ਹੋਏਗੀ, ਘੱਟ ਹੋਏਗੀ। ਠੀਕ ਹੈ ਜੀ, ਇੱਕ ਕੰਪਰੈਸ਼ਨ ਤੋਂ ਦੂਜੇ ਕੰਪਰੈਸ਼ਨ ਤੱਕ, ਜਾਂ ਕਹੀਏ ਇੱਕ ਵੇਵ ਲੈਂਥ ਨੂੰ ਮੂਵ ਕਰਨ ਦੇ ਵਿੱਚ ਜਿੰਨਾ ਟਾਈਮ ਲੱਗਦਾ ਉਹਨੂੰ ਅਸੀਂ ਕਹਿੰਦੇ ਹਾਂ ਟਾਈਮ ਪੀਰੀਅਡ। ਠੀਕ ਹੈ ਜੀ, ਇਸ ਤਰ੍ਹਾਂ ਨਾਲ ਆਪਾਂ ਇਸ ਵੇਵ ਨੂੰ ਇਸ ਤਰ੍ਹਾਂ ਨਾਲ ਵੀ ਸਮਝ ਸਕਦੇ ਹਾਂ, ਆ ਕਰਸਟ ਆ ਟਰਫ, ਇੱਕ ਕਰਸਟ ਤੇ ਇੱਕ ਟਰਫ ਨੂੰ ਪਾਸ ਕਰਨ ਦੇ ਲਈ ਜਿੰਨਾ ਸਮਾਂ ਲੱਗਿਆ ਉਹਨੂੰ ਕਹਿੰਦੇ ਵਨ ਸਾਈਕਲ, ਉਸ ਸਮੇਂ ਨੂੰ ਕਹਿੰਦੇ ਟਾਈਮ ਪੀਰੀਅਡ। ਕੈਪੀਟਲ ਟੀ ਨਾਲ ਆਪਾਂ ਇਹਨੂੰ ਡਿਨੋਟ ਕਰਦੇ ਹਾਂ। ਠੀਕ ਹੈ ਜੀ, ਦੋ ਕੰਪਰੈਸ਼ਨ ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹਨੂੰ ਅਸੀਂ ਕਿਹਾ ਲੈਮਡਾ। ਲੈਮਡਾ ਦਾ ਮਤਲਬ ਕੀ ਹੈ, ਇੱਕ ਕੰਪਲੀਟ ਸਾਈਕਲ ਹੈ ਜਿਹੜਾ ਕੰਪਲੀਟ ਹੋ ਗਿਆ, ਇੱਕ ਸਾਈਕਲ ਨੂੰ ਪਾਸ ਕਰਨ ਲਈ ਜਿਹੜਾ ਸਮਾਂ ਲੱਗਦਾ ਉਹਨੂੰ ਕਹਿੰਦੇ ਟੀ। ਫ੍ਰੀਕੁਐਂਸੀ ਦਾ ਮਤਲਬ ਕੀ ਹੈ ਵੀ ਕਿੰਨੇ ਸਾਈਕਲਸ ਕਿੰਨੇ ਸਮੇਂ ਦੇ ਵਿੱਚ ਪਾਸ ਹੋਏ, ਕਿੰਨੇ ਸਾਈਕਲ ਕਿੰਨੇ ਸਮੇਂ ਦੇ ਵਿੱਚ ਪਾਸ ਹੋਏ, ਉਹਨੂੰ ਆਪਾਂ ਕੀ ਕਹਿੰਦੇ ਆ ਬੇਟਾ, ਉਹਨੂੰ ਆਪਾਂ ਕਹਿੰਦੇ ਫ੍ਰੀਕੁਐਂਸੀ, ਉਹਨੂੰ ਆਪਾਂ ਕੀ ਕਹਿੰਦੇ ਆ, ਫ੍ਰੀਕੁਐਂਸੀ। ਐਫ ਹੈ ਜਿਹੜੀ ਫ੍ਰੀਕੁਐਂਸੀ ਹੈ ਉਹ ਕਹਿੰਦੇ ਤੇ ਡਿਪੈਂਡ ਕਰਦੀ ਹੈ ਨੰਬਰ ਆਫ ਸਾਈਕਲਸ ਪਾਸਡ ਇੱਕ ਗਿਵਨ ਪੁਆਇੰਟ ਤੇ ਆਪਾਂ ਗੱਲ ਕਰੀਏ, ਤੇ ਡਿਵਾਈਡ ਬਾਏ ਆਪਣੇ ਕੋਲ ਕੀ ਹੈ, ਟੋਟਲ ਟਾਈਮ ਟੇਕਨ। ਠੀਕ ਹੈ, ਅਸੀਂ ਗੱਲ ਕੀਤੀ ਹੈ ਵੀ ਇੱਕ ਕੰਪਰੈਸ਼ਨ ਤੋਂ ਦੂਜੇ ਕੰਪਰੈਸ਼ਨ ਤੱਕ
ਲਗਾਤਾਰ ਜੇ ਗੱਲ ਕਰੀਏ ਤਾਂ ਉਹਨੂੰ ਵੇਵਲੈਂਥ ਕਹਿੰਦੇ ਆ। ਇਹਨੂੰ ਆਪਾਂ ਕਿਹਾ ਵੀ ਕਿੰਨੇ ਸਾਈਕਲ ਕੰਪਲੀਟ ਹੋ ਗਏ 1, ਸਮਾਂ ਕਿੰਨਾ ਲੱਗਿਆ ਸੀ ਕੈਪੀਟਲ ਟੀ। ਉਹਦੇ ਅਕੋਰਡਿੰਗਲੀ ਜੇ ਫ੍ਰੀਕੁਐਂਸੀ ਕੈਲਕੂਲੇਟ ਕਰੀਏ, ਨੰਬਰ ਆਫ ਸਾਈਕਲ ਕਿੰਨੇ ਕੰਪਲੀਟ ਹੋਏ 1, ਟਾਈਮ ਕਿੰਨਾ ਲੱਗਿਆ ਟੀ। ਇਹਦਾ ਮਤਲਬ ਆਹ ਰਿਲੇਸ਼ਨ ਆਪਾਂ ਯਾਦ ਰੱਖਣਾ ਹੈ ਵੀ ਜਿੰਨਾ ਟਾਈਮ ਘੱਟ ਹੋਵੇਗਾ ਉਨੀ ਫ੍ਰੀਕੁਐਂਸੀ ਜ਼ਿਆਦਾ ਹੋਵੇਗੀ, ਉਨੇ ਫਾਸਟ ਸਾਈਕਲਸ ਮੂਵ ਕਰਨਗੇ ਕਿਉਂਕਿ ਟਾਈਮ ਘੱਟ ਲੱਗਿਆ। ਜਿੰਨਾ ਟਾਈਮ ਜ਼ਿਆਦਾ ਹੋਵੇਗਾ ਉਨੀ ਫ੍ਰੀਕੁਐਂਸੀ ਕੀ ਹੋਏਗੀ, ਘੱਟ ਹੋਏਗੀ। ਆ ਮੋਸਟ ਇੰਪੋਰਟੈਂਟ ਰਿਲੇਸ਼ਨ ਹੈ ਜਿਹੜਾ ਆਪਾਂ ਅੱਗੇ ਜਾ ਕੇ ਯੂਜ਼ ਕਰਨਾ 1/t, ਇਹ ਯਾਦ ਰੱਖਿਓ। ਠੀਕ ਹੈ ਜੀ। ਹੁਣ ਆਪਾਂ ਜਿਹੜੀ ਨੈਕਸਟ ਗੱਲ ਕਰ ਰਹੇ ਸੀ ਪਿਚ। ਪਿਚ ਦਾ ਮਤਲਬ ਹੈ ਲਾਊਡਨੈਸ। ਵੇਵ ਸਾਊਂਡ ਸਾਨੂੰ ਕਿਸ ਤਰ੍ਹਾਂ ਦੀ ਨਜ਼ਰ ਆਏਗੀ ਜਾਂ ਕਿਸ ਤਰ੍ਹਾਂ ਮਹਿਸੂਸ ਹੋਵੇਗੀ, ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੋਵੇਗੀ ਉਨੀ ਲਾਊਡਨੈਸ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਜਿੰਨੀ ਫ੍ਰੀਕੁਐਂਸੀ ਘੱਟ ਹੋਵੇਗੀ ਉਨੀ ਲਾਊਡਨੈਸ ਵੀ ਕੀ ਹੋਵੇਗੀ, ਪਿਚ ਵੀ ਕੀ ਹੋਏਗੀ, ਘੱਟ ਹੋਏਗੀ। ਟੈਕਨੀਕਲ ਵਰਡ ਆਪਾਂ ਯੂਜ਼ ਕਰਾਂਗੇ ਪਿਚ। ਕਲੀਅਰ ਹੈ ਬੇਟੇ? ਠੀਕ ਹੈ। ਆਈ ਆਪਾਂ ਟਰਮਸ ਡਿਸਕਸ ਕੀਤੀਆਂ, ਵੇਵਲੈਂਥ, ਫ੍ਰੀਕੁਐਂਸੀ ਤੇ ਪਿਚ। ਜਿੰਨੀ ਫ੍ਰੀਕੁਐਂਸੀ ਹਾਈ ਹੋਵੇਗੀ ਉਨੀ ਆਪਣੇ ਕੋਲ ਪਿਚ ਵੀ ਹਾਈ ਹੋਵੇਗੀ। ਵੇਵਲੈਂਥ, ਫ੍ਰੀਕੁਐਂਸੀ ਤੇ ਪਿਚ। ਵੇਵ ਲੈਂਥ, ਪਿੱਛੇ ਲੈਂਥ ਹੈ ਨਾ, ਮਤਲਬ ਲੰਬਾਈ ਹੈ। ਦੋ ਲਗਾਤਾਰ ਕਰਸਟ ਜਾਂ ਦੋ ਕੰਪਰੈਸ਼ਨ ਦੇ ਵਿਚਕਾਰ ਦਾ ਡਿਸਟੈਂਸ ਵੇਵਲੈਂਥ। ਜਦੋਂ ਦੋ ਲਗਾਤਾਰ ਕਰਸਟ ਆਪਣੇ ਕੋਲ ਪਾਸ ਕਰ ਗਏ ਜਾਂ ਦੋ ਕੰਪਰੈਸ਼ਨ ਪਾਸ ਕਰ ਗਏ ਤਾਂ ਆਪਾਂ ਕਹਾਂਗੇ ਇੱਕ ਸਾਈਕਲ ਹੈ ਜਿਹੜਾ ਉਹ ਕੰਪਲੀਟ ਹੋ ਗਿਆ। ਫ੍ਰੀਕੁਐਂਸੀ ਕੀ ਕਹਿੰਦੀ ਵੀ ਕਿੰਨੇ ਸਾਈਕਲ ਕਿੰਨੇ ਸਮੇਂ 'ਚ ਪਾਸ ਕੀਤੇ, ਉਹਨੂੰ ਆਪਾਂ ਕਹਿੰਦੇ ਫ੍ਰੀਕੁਐਂਸੀ। ਠੀਕ ਹੈ ਜੀ। ਜਿੰਨੀ ਪਿਚ ਹਾਈ ਹੋਊਗੀ ਇਹਦਾ ਮਤਲਬ ਉਨੀ ਉਹਦੀ ਫ੍ਰੀਕੁਐਂਸੀ ਹਾਈ ਹੈ, ਉਨੀ ਉਹ ਛੇਤੀ ਵੇਵਜ਼ ਨੂੰ ਸੋਰਸ ਕੀ ਕਰ ਰਿਹਾ, ਐਮਿਟ ਕਰ ਰਿਹਾ। ਠੀਕ ਹੈ, ਇਹ ਬੇਸਿਕ ਸੀ, ਇਹਨੂੰ ਧਿਆਨ ਨਾਲ ਦਿਮਾਗ ਦੇ ਵਿੱਚ ਰੱਖੋ। ਹੁਣ ਦੇਖੋ ਵੀ ਜਿਹੜੀ ਆਪਣੇ ਕੋਲੇ ਸਾਊਂਡ ਹੈ ਉਹ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ। ਦੇਖੋ ਬੇਟੇ, ਬੇਸਿਕਲੀ ਆਪਾਂ ਗੱਲ ਕਰੀਏ ਤਾਂ ਦੋ ਹੀ ਫੈਕਟਰ ਤੇ ਡਿਪੈਂਡ ਕਰਦੀ ਹੈ। ਇੱਕ ਨੂੰ ਕਹਿੰਦੇ ਆ ਡੈਂਸਿਟੀ। ਡੈਂਸਿਟੀ ਕਹਿੰਦੇ ਬਰਾਬਰ ਹੁੰਦੀ ਹੈ ਮਾਸ ਪਰ ਯੂਨਿਟ ਵੋਲਿਊਮ। ਦੂਸਰਾ ਹੈ ਟੈਂਪਰੇਚਰ। ਜਿੰਨੀ ਡੈਂਸਿਟੀ ਜ਼ਿਆਦਾ ਹੋਵੇਗੀ ਉਨੀ ਸਪੀਡ ਆਫ ਸਾਊਂਡ ਜ਼ਿਆਦਾ ਹੋਵੇਗੀ। ਇਹਦਾ ਮਤਲਬ ਕੀ ਹੈ, ਸਾਊਂਡ ਹੈ ਜਿਹੜਾ ਉਹ ਸੋਲਿਡ ਦੇ ਵਿੱਚ ਫਾਸਟ ਮੂਵ ਕਰੇਗਾ ਲਿਕੁਇਡ ਦੇ ਕੰਪੈरेटिवली, ਜਾਂ ਕਹੀਏ ਲਿਕੁਇਡ 'ਚ ਫਾਸਟ ਮੂਵ ਕਰੇਗਾ ਗੈਸ ਦੇ ਕੰਪੈरेटिवली। ਕਹਿਣ ਦਾ ਮਤਲਬ ਤਿੰਨਾਂ ਚੋਂ ਸਪੀਡ ਆਫ ਸਾਊਂਡ ਕਿਹਦੇ ਵਿੱਚ ਜ਼ਿਆਦਾ ਹੋਏਗੀ, ਸੋਲਿਡ ਦੇ ਵਿੱਚ। ਇਸ ਚੀਜ਼ ਨੂੰ ਆਬਜ਼ਰਵ ਕੀਤਾ ਹੋਇਆ ਆਪਾਂ ਕਈ ਵਾਰੀ, ਜੇ ਮੰਨ ਲਓ ਟ੍ਰੇਨ ਹਜੇ ਆਪਾਂ ਨੂੰ ਨਜ਼ਰ ਨਹੀਂ ਆ ਰਹੀ, ਹਵਾ ਦੇ ਵਿੱਚ ਆਪਣੇ ਕੋਲ ਸਾਊਂਡ ਹੈ ਜਿਹੜਾ ਉਹ ਨਹੀਂ ਆ ਰਿਹਾ, ਪਰ ਜਦੋਂ ਆਪਾਂ ਪਟੜੀ ਦੇ ਨਾਲ ਕੰਨ ਲਗਾ ਕੇ ਨੋਟ ਕਰਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਵਾਈਬ੍ਰੇਸ਼ਨਸ ਹੈ ਜਿਹੜੀਆਂ ਮਹਿਸੂਸ ਹੁੰਦੀਆਂ, ਜਿੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਉਹ ਟ੍ਰੇਨ ਹੈ ਜਿਹੜੀ ਉਹ ਨੇੜੇ ਤੇੜੇ। ਕਲੀਅਰ ਹੈ ਜੀ। ਆ ਦੋ ਫੈਕਟਰਸ ਤੇ ਡਿਪੈਂਡ ਕਰਦੀ ਹੈ। ਜਿਵੇਂ ਪਹਿਲੀ ਆਪਾਂ ਗੱਲ ਕੀਤੀ ਹੈ, a sound wave's speed depends upon the substance of the medium, whether the medium is solid, liquid or gas। ਠੀਕ ਹੈ ਜੀ। substance ਦਾ ਮਤਲਬ ਕਿ sound travels more quickly through the solids and liquids as compared to liquids because individual molecules are closer than those of gas। ਸੋਲਿਡ ਤੇ ਲਿਕੁਇਡ 'ਚ ਕਹਿੰਦਾ ਤੇਜ਼ ਮੂਵ ਕਰਦਾ ਗੈਸ ਦੇ ਮੁਕਾਬਲੇ। ਗੱਲ ਹੈ ਸਾਰੀ ਬੇਟੇ ਡੈਂਸਿਟੀ ਦੀ। ਜਿੰਨਾ ਮਟੀਰੀਅਲ ਜ਼ਿਆਦਾ ਹੋਵੇਗਾ ਪਰ ਯੂਨਿਟ ਵੋਲਿਊਮ ਦੇ ਵਿੱਚ ਉਨੀ ਡੈਂਸਿਟੀ ਜ਼ਿਆਦਾ ਹੈ। ਜੇ ਡੈਂਸਿਟੀ ਜ਼ਿਆਦਾ ਹੋਊਗੀ ਤੇ ਉਹਨੂੰ ਕੰਪਰੈਸ ਕਰਨਾ, ਕੰਪਰੈਸ਼ਨ ਤੇ ਰੇਅਰਫੈਕਸ਼ਨ ਬਣਾਉਣਾ ਕੀ ਹੋਏਗਾ, ਸੌਖਾ ਹੋਏਗਾ। ਠੀਕ ਹੈ ਜੀ। ਹੁਣ ਦੇਖੋ ਜਿਹੜੀ ਆਪਾਂ ਗੱਲ ਕਰ ਰਹੇ ਸੀ, ਤੀਸਰੀ ਜਿਹੜੀ ਗੱਲ ਹੈ ਇਹ ਉਹੀ ਗੱਲ ਲਿਖੀ ਹੈ, ਟੈਂਪਰੇਚਰ ਤੇ ਡਿਪੈਂਡ ਕਰ। ਦੇਖੋ 에ਅਰ 0 ਡਿਗਰੀ ਦੇ ਉੱਤੇ ਸਪੀਡ ਹੈ ਆਪਣੇ ਕੋਲ 331 ਤੇ 20 ਡਿਗਰੀ ਤੇ ਕਿੰਨੀ ਸਪੀਡ ਹੈ, 343। ਇਹਦਾ ਮਤਲਬ ਜਿਵੇਂ ਟੈਂਪਰੇਚਰ ਆਪਣੇ ਕੋਲ ਇਨਕਰੀਜ਼ ਕਰਦਾ ਹੈ ਤਾਂ ਸਪੀਡ ਆਫ ਸਾਊਂਡ ਵੀ ਆਪਣੇ ਕੋਲ ਕੀ ਕਰਦੀ, ਇਨਕਰੀਜ਼ ਕਰਦੀ ਹੈ। ਠੀਕ ਹੈ, ਡੈਂਸਿਟੀ ਤੇ ਡਿਪੈਂਡ ਕਰਦੀ ਹੈ ਤੇ ਟੈਂਪਰੇਚਰ ਤੇ। ਠੀਕ ਹੈ ਬੇਟੇ, ਬੇਸਿਕਸ ਹੈ ਜਿਹੜਾ ਉਹ ਆਪਾਂ ਪੜ੍ਹ ਲਿਆ। ਹੁਣ ਆਪਾਂ ਡੋਪਲਰਸ ਇਫੈਕਟ ਪੜ੍ਹਨ ਬਾਰੇ ਰੈਡੀ ਹੈ। ਠੀਕ ਹੈ, 1 ਮਿੰਟ ਦੇ ਵਿੱਚ ਜੇ ਆਪਾਂ ਥੋੜਾ ਜਿਹਾ ਨੂੰ ਰਿਵਾਈਜ਼ ਕਰ ਦਈਏ ਤਾਂ ਜਿਹੜੀ ਚੀਜ਼ ਆਪਾਂ ਨੂੰ ਅੱਗੇ ਚਾਹੀਦੀ ਹੈ, ਫ੍ਰੀਕੁਐਂਸੀ ਕਹਿੰਦੇ ਬਰਾਬਰ ਹੁੰਦੀ ਹੈ 1/t। ਠੀਕ ਹੈ ਜੀ। ਟਾਈਮ ਪੀਰੀਅਡ ਕੀ ਹੈ, ਇੱਕ ਲੈਮਡਾ ਨੂੰ ਪਾਸ ਕਰਨ ਦੇ ਲਈ, ਇੱਕ ਵੇਵ ਲੈਂਥ ਨੂੰ ਪਾਸ ਕਰਨ ਦੇ ਲਈ ਲੱਗਿਆ ਹੋਇਆ ਟਾਈਮ ਹੈ ਜਿਹੜਾ। ਠੀਕ ਹੈ, ਇੱਕ ਰਿਲੇਸ਼ਨ ਕੀ ਹੈ ਵੀ ਜਿਹੜੀ ਫ੍ਰੀਕੁਐਂਸੀ ਹੈ ਤੇ ਵੇਵ ਲੈਂਥ ਇਨਵਰਸਲੀ ਪ੍ਰੋਪੋਰਸ਼ਨਲ ਹੈ, ਸਪੀਡ ਆਫ ਸਾਊਂਡ ਦੇ ਬਰਾਬਰ ਹੈ। ਜੇ ਵੈਲੋਸਿਟੀ ਦੀ ਗੱਲ ਕਰੀਏ ਤਾਂ ਵੈਲੋਸਿਟੀ ਕਹਿੰਦੇ ਬਰਾਬਰ ਹੁੰਦੀ ਹੈ ਫ੍ਰੀਕੁਐਂਸੀ ਇਨਟੂ ਵੇਵ ਲੈਂਥ। ਆਹ ਦੋ ਤਿੰਨ ਰਿਲੇਸ਼ਨ ਹੈ ਜਿਹੜੇ ਆਪਾਂ ਅੱਗੇ ਜਾ ਕੇ ਯੂਜ਼ ਕਰਨ ਲੱਗੇ।
ਚਲੋ ਬੇਟਾ ਆਪਾਂ ਡਿਸਕਸ ਕਰੀਏ ਡੋਪਲਰਸ ਇਫੈਕਟ। ਡੈਫੀਨੇਸ਼ਨ ਦੇਖੋ ਕੀ ਕਹਿੰਦੀ ਹੈ ਡੋਪਲਰ ਇਫੈਕਟ। ਡੋਪਲਰ ਇਫੈਕਟ ਆਪਣੇ ਕੋਲ ਕਹਿੰਦਾ ਹੈ ਵੀ ਜੇਕਰ ਸੋਰਸ ਤੇ ਅਬਜ਼ਰਵਰ ਦੇ ਵਿਚਕਾਰ, ਸੋਰਸ ਦਾ ਮਤਲਬ ਜਿਹੜਾ ਸਾਊਂਡ ਪ੍ਰੋਡਿਊਸ ਕਰ ਰਿਹਾ, ਅਬਜ਼ਰਵਰ ਮਤਲਬ ਜਿਹੜਾ ਸਾਊਂਡ ਨੂੰ ਅਬਜ਼ਰਵ ਕਰ ਰਿਹਾ, ਜੇਕਰ ਦੋਵਾਂ ਦੀ ਵੈਲੋਸਿਟੀ ਦੇ ਵਿੱਚ ਫਰਕ ਹੈ ਤਾਂ ਆਪਣੇ ਕੋਲ ਜਿਹੜੀ ਫ੍ਰੀਕੁਐਂਸੀ ਸੋਰਸ ਪ੍ਰੋਡਿਊਸ ਕਰੇਗਾ ਉਹ ਫ੍ਰੀਕੁਐਂਸੀ ਅਬਜ਼ਰਵਰ ਨੂੰ ਨਹੀਂ ਸੁਣਾਈ ਦੇਵੇਗੀ, ਉਸ ਤੋਂ ਵੱਧ ਜਾਂ ਉਸ ਤੋਂ ਘੱਟ ਸੁਣਾਈ ਦੇਵੇਗੀ। ਠੀਕ ਹੈ ਜੀ, ਪੜ੍ਹੋ ਇਸ ਚੀਜ਼ ਨੂੰ। ਇਟ ਇਜ਼ ਦੀ ਐਪਰੈਂਟ, ਐਪਰੈਂਟ ਦੇ ਵਿੱਚ ਮਤਲਬ ਹੈ ਐਕਚੁਅਲ ਦੇ ਵਿੱਚ ਨਹੀਂ ਹੈਗੀ, ਮਹਿਸੂਸ ਹੋਵੇਗੀ। ਇਟ ਇਜ਼ ਦੀ ਐਪਰੈਂਟ ਚੇਂਜ ਇਨ ਦੀ ਫ੍ਰੀਕੁਐਂਸੀ of the emitted wave, which may be sound wave or light wave, due to the relative motion between the source and the observer। source ਅਤੇ observer ਦੇ move ਕਰਨ ਦੇ ਨਾਲ relative motion ਦਾ ਮਤਲਬ ਕੀ ਹੈ ਵੀ ਇੱਕ ਦੂਜੇ ਦੇ ਮੁਕਾਬਲੇ ਉਹਨਾਂ ਦਾ move ਕਰਨਾ, ਉਹ ਕੀ ਪ੍ਰੋਡਿਊਸ ਕਰਦਾ ਹੈ, ਫ੍ਰੀਕੁਐਂਸੀ ਦੇ ਵਿੱਚ ਚੇਂਜ ਪ੍ਰੋਡਿਊਸ ਕਰਦਾ, ਜਿੰਦੇ ਕਰਕੇ ਸਾਨੂੰ ਪਿਚ ਉਹ ਅਪ ਜਾਂ ਡਾਊਨ ਹੋ ਜਾਂਦੀ। ਪਹਿਲਾਂ ਆਪਾਂ ਪੜ੍ਹਿਆ ਸੀ ਫ੍ਰੀਕੁਐਂਸੀ ਵਧੂਗੀ ਤਾਂ ਲਾਊਡਨੈਸ ਵਧੂਗੀ, ਪਿਚ ਵਧੂਗੀ। ਠੀਕ ਹੈ ਜੀ, ਇਹ ਸਾਰੀਆਂ ਟਰਮਸ ਕਿੰਨੇ ਅਬਜ਼ਰਵ ਕੀਤੀਆਂ, ਇਹ ਵਾਲੇ ਸਾਇੰਟਿਸਟ ਨੇ। ਇਹਨਾਂ ਦਾ ਨਾਂ ਕੀ ਹੈ ਆਪਣੇ ਕੋਲ, ਕ੍ਰਿਸਚੀਅਨ ਜੌਨ ਡੋਪਲਰ, 1842 ਦੇ ਵਿੱਚ। ਦੁਬਾਰਾ ਦੇਖੋ, ਫ੍ਰੀਕੁਐਂਸੀ ਜਿਹੜੀ ਸੋਰਸ ਨੇ ਅਮਿਟ ਕੀਤੀ, ਅਬਜ਼ਰਵਰ ਨੂੰ ਉਹ ਫ੍ਰੀਕੁਐਂਸੀ ਤੋਂ ਘੱਟ ਜਾਂ ਵੱਧ ਫ੍ਰੀਕੁਐਂਸੀ ਮਹਿਸੂਸ ਹੋਈ, ਫ੍ਰੀਕੁਐਂਸੀ ਚੇਂਜ ਨਹੀਂ, ਉਹਨੂੰ ਮਹਿਸੂਸ ਹੋਈ ਹੈ। ਕਿਉਂ ਮਹਿਸੂਸ ਹੋਈ ਹੈ? ਜੇਕਰ ਸੋਰਸ ਅਤੇ ਅਬਜ਼ਰਵਰ ਦੇ ਵਿਚਕਾਰ ਕੀ ਹੈ, ਮੋਸ਼ਨ ਹੈ। ਮੰਨ ਲਓ ਸੋਰਸ ਇੱਧਰ ਮੂਵ ਕਰਨ ਲੱਗ ਗਿਆ ਜਾਂ ਅਬਜ਼ਰਵਰ ਇੱਧਰ ਮੂਵ ਕਰਨ ਲੱਗ ਗਿਆ ਜਾਂ ਦੋਵੇਂ ਮੂਵ ਕਰਨ ਲੱਗ ਗਏ, ਜਾਂ ਸੋਰਸ ਅਵੇ ਮੂਵ ਕਰਨ ਲੱਗ ਗਿਆ ਜਾਂ ਅਬਜ਼ਰਵਰ ਦੋਵੇਂ ਅਵੇ ਮੂਵ ਕਰਨ ਲੱਗ ਗਿਆ ਜਾਂ ਦੋਵੇਂ ਮੂਵ ਕਰਨ ਲੱਗ ਗਏ। ਠੀਕ ਹੈ ਜੀ, ਇਹੀ ਆਪਣਾ ਆਧਾਰ ਹੈ। ਲਓ ਬੇਟੇ, ਪਹਿਲਾ ਕੇਸ ਆਪਾਂ ਡਿਸਕਸ ਕਰਦੇ ਹਾਂ ਜਦੋਂ ਸੋਰਸ ਇਜ਼ ਮੂਵਿੰਗ ਟੂਵਰਡਸ ਦੀ ਅਬਜ਼ਰਵਰ। ਹੁਣ ਜਿਹੜਾ ਇੱਥੇ ਪੁਆਇੰਟ ਨੋਟ ਕਰਨਾ ਹੈ, ਜਦੋਂ ਇੱਕ ਸੋਰਸ ਹੈ ਇੱਕ ਅਬਜ਼ਰਵਰ ਹੈ, ਅਬਜ਼ਰਵਰ ਰੈਸਟ ਤੇ ਅਬਜ਼ਰਵਰ ਮੂਵ ਨਹੀਂ ਕਰ ਰਿਹਾ, ਸੋਰਸ ਮੂਵ ਕਰਨ ਲੱਗ ਗਿਆ ਅਬਜ਼ਰਵਰ ਦੇ ਵੱਲ। ਮੰਨ ਲਓ ਇਹਦੀ ਵੈਲੋਸਿਟੀ ਹੈ v ਆਫ s, ਸੋਰਸ ਦੀ, ਬਟ ਜਿਹੜੀ ਇਹ ਵੈਲੋਸਿਟੀ ਨਾਲ ਸਾਊਂਡ ਨੂੰ ਛੱਡ ਰਿਹਾ ਉਹ v ਹੈ। ਠੀਕ ਹੈ ਜੀ, ਜਿਵੇਂ ਪਾਣੀ ਦੀ ਇੱਕ ਪਾਈਪ ਹੈ, ਉਹਦੇ ਵਿੱਚੋਂ ਦੀ ਪਾਣੀ ਲਗਾਤਾਰ ਡਿੱਗ ਰਿਹਾ, ਤਾਂ ਮੰਨ ਲਓ ਉਹ 10 ਮੀਟਰ ਪਰ ਸੈਕਿੰਡ ਦੀ ਸਪੀਡ ਦੇ ਉੱਤੇ ਡਿੱਗ ਰਿਹਾ। ਜੇਕਰ ਆਪਾਂ ਉਸ ਪਾਈਪ ਨੂੰ ਫੜ ਕੇ 10 ਦੀ ਸਪੀਡ ਤੇ ਅੱਗੇ ਭੱਜੀਏ ਜਾਂ 20 ਦੀ ਸਪੀਡ ਤੇ ਅੱਗੇ ਭੱਜੀਏ, ਤਾਂ ਜਿਹੜਾ ਪਾਈਪ ਦੇ ਵਿੱਚੋਂ ਪਾਣੀ ਆ ਰਿਹਾ ਉਹਦੀ ਸਪੀਡ ਤਾਂ 10 ਮੀਟਰ ਪਰ ਸੈਕਿੰਡ ਹੀ ਹੈ। ਗੱਲ ਨੂੰ ਨੋਟ ਕੀਤਾ ਕਿ ਨਹੀਂ ਕੀਤਾ? ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇਕਰ ਆਪਣੇ ਕੋਲੇ ਸੋਰਸ ਮੂਵ ਕਰਨ ਲੱਗ ਗਿਆ ਤਾਂ ਸੋਰਸ ਦੇ ਮੂਵ ਕਰਨ ਦੇ ਨਾਲ ਸਪੀਡ ਆਫ ਸਾਊਂਡ ਦੇ ਉੱਪਰ ਕੋਈ ਫਰਕ ਨਹੀਂ ਪਿਆ, ਉਹ ਤਾਂ ਹਜੇ ਵੀ v ਦੀ ਸਪੀਡ ਦੇ ਉੱਪਰ ਹੀ ਵੇਵਜ਼ ਨੂੰ ਇਮਿਟ ਕਰ ਰਿਹਾ ਹੈ। ਪਾਣੀ ਦੀ ਪਾਈਪ 10 ਦੀ ਸਪੀਡ ਤੇ ਪਾਣੀ ਡਿੱਗ ਰਿਹਾ, ਤੁਸੀਂ 20 ਦੀ ਸਪੀਡ ਤੇ ਭੱਜਣ ਲੱਗ ਗਏ, ਤੁਹਾਡੇ 20 ਦੀ ਸਪੀਡ ਤੇ ਪਾਈਪ ਨੂੰ ਨਾਲ ਲੈ ਕੇ ਭੱਜਣ ਨਾਲ ਪਾਣੀ ਨਿਕਲਣ ਦੀ ਸਪੀਡ ਤੇ ਕੋਈ ਫਰਕ ਨਹੀਂ ਪੈਣਾ, ਉਹ ਹਜੇ ਵੀ 10 ਦੀ ਸਪੀਡ ਤੇ ਹੀ ਬਾਹਰ ਨਿਕਲ ਰਿਹਾ। ਪੁਆਇੰਟ ਨੋਟ ਕਰੋ, ਮੋਸਟ ਇੰਪੋਰਟੈਂਟ। ਠੀਕ ਹੈ ਜੀ, ਹੁਣ ਦੇਖੋ ਐਕਚੁਅਲ ਦੇ ਵਿੱਚ ਹੋਇਆ ਕੀ ਹੈ, ਜਦੋਂ ਸੋਰਸ ਮੂਵ ਕਰਨ ਲੱਗ ਪਿਆ ਤਾਂ ਸੋਰਸ ਜਿਹੜੀ ਆਪਣੇ ਕੋਲੇ ਵੈਲੋਸਿਟੀ ਨਾਲ ਸਾਊਂਡ ਛੱਡ ਰਿਹਾ ਉਹ ਉਨੀ ਵੈਲੋਸਿਟੀ ਨਾਲ ਹੀ ਛੱਡ ਰਿਹਾ, ਆਪ ਇਹਦੀ ਵੈਲੋਸਿਟੀ ਕਿੰਨੀ ਹੋ ਗਈ v ਆਫ s। ਹੁਣ ਜਦੋਂ ਇਹ ਮੂਵ ਕਰੇਗਾ ਤਾਂ ਅਬਜ਼ਰਵਰ ਨੂੰ ਕੀ ਹੋਏਗਾ, ਜਿਹੜੀ ਸਾਊਂਡ ਇੱਥੋਂ ਛੱਡਣੀ ਸੀ ਤੇ ਇਸ ਪੁਆਇੰਟ ਤੇ ਅਬਜ਼ਰਵ ਹੋਣੀ ਸੀ, ਜੇਕਰ ਇਸ ਪੁਆਇੰਟ ਤੋਂ ਛੱਡਾਂਗੇ ਤਾਂ ਉਹਨੂੰ ਘੱਟ ਡਿਸਟੈਂਸ ਮੂਵ ਕਰਨਾ ਪਵੇਗਾ। ਤਾਂ ਇੱਕ ਏਰੀਏ ਦੇ ਵਿੱਚ ਵੇਵਜ਼ ਕੀ ਹੋ ਜਾਣਗੀਆਂ, ਜ਼ਿਆਦਾ ਇਕੱਠੀਆਂ ਹੋ ਜਾਣਗੀਆਂ, ਕਲੋਜ਼ ਵੇਵਜ਼ ਹੋ ਜਾਣਗੀਆਂ। ਆ ਦੇਖੋ ਜਿਸ ਤਰ੍ਹਾਂ ਨਾਲ ਸ਼ੋ ਕੀਤਾ ਜਾ ਰਿਹਾ, ਇੱਥੇ ਵੇਵ ਲੈਂਥ ਜ਼ਿਆਦਾ, ਜਿਵੇਂ ਹੀ ਸੋਰਸ ਮੂਵ ਕਰੇਗਾ ਤਾਂ ਵੇਵ ਲੈਂਥ ਕੀ ਹੋ ਜਾਏਗੀ, ਘਟ ਜਾਏਗੀ। ਜੇ ਵੇਵ ਲੈਂਥ ਘਟ ਗਈ, ਅਪੀਅਰ ਹੋ ਰਹੀ ਹੈ, ਹੈਗੀ ਲੈਮਡਾ ਹੀ ਹੈ, ਪਰ ਸੋਰਸ ਦੇ ਨੇੜੇ ਮੂਵ ਕਰਨ ਕਰਕੇ ਅਬਜ਼ਰਵਰ ਨੂੰ ਅਪੀਅਰ ਹੋ ਰਹੀ ਹੈ। ਜੇਕਰ ਵੇਵ ਲੈਂਥ ਘਟ ਗਈ ਤਾਂ ਆਪਾਂ ਆਹ ਰਿਲੇਸ਼ਨ ਕੀਤਾ ਸੀ ਵੀ ਜਿਹੜੀ ਫ੍ਰੀਕੁਐਂਸੀ ਇਨਟੂ ਵੇਵ ਲੈਂਥ ਹੈ
ਉਹ ਵੈਲੋਸਿਟੀ ਦੇ ਬਰਾਬਰ ਹੈ। ਠੀਕ ਹੈ, ਵੈਲੋਸਿਟੀ ਚੇਂਜ ਨਹੀਂ ਕਰ ਰਹੀ, ਫ੍ਰੀਕੁਐਂਸੀ ਅਸੀਂ ਕੱਢਣੀ ਹੈ ਤਾਂ ਵੈਲੋਸਿਟੀ ਬਟਾ ਵੇਵਲੈਂਥ ਹੈ। ਜੇ ਵੇਵਲੈਂਥ ਘਟ ਗਈ ਤਾਂ ਫ੍ਰੀਕੁਐਂਸੀ ਕੀ ਹੋਊਗੀ, ਵੱਧ ਜੂਗੀ। ਜੇ ਫ੍ਰੀਕੁਐਂਸੀ ਵੱਧ ਗਈ ਤਾਂ ਪਿਚ ਕੀ ਹੋਏਗੀ, ਲਾਊਡਨੈਸ ਕੀ ਹੋਏਗੀ, ਵੱਧ ਜੇ। ਇਹੀ ਗੱਲ ਆਪਾਂ ਕੀਤੀ ਹੈ ਵੀ ਜੇਕਰ ਸੋਰਸ ਤੁਹਾਡੇ ਕਲੋਜ਼ ਆ ਰਿਹਾ ਹਾਰਨ ਵਜਾਉਂਦਾ ਹੋਇਆ ਤਾਂ ਸਾਨੂੰ ਹੌਲੀ ਹੌਲੀ ਉਹਦੀ ਸਾਊਂਡ ਕੀ ਹੈ, ਉੱਚੀ ਹੁੰਦੀ ਹੋਈ ਨਜ਼ਰ ਆਉਂਦੀ ਹੈ। ਉਮੀਦ ਕਰਦਾ ਆਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਠੀਕ ਹੈ ਬੇਟੇ, ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਠੀਕ ਹੈ। ਹੁਣ ਇਸੇ ਚੀਜ਼ ਨੂੰ, ਜਿਹੜੀ ਚੀਜ਼ ਨੂੰ ਆਪਾਂ ਆਬਜ਼ਰਵ ਕੀਤਾ, ਆਪਾਂ ਆਹੀ ਗੱਲ ਕਹੀ ਹੈ ਵੀ ਜੇਕਰ ਵੇਵ ਕਲੋਜ਼ ਆ ਰਹੀ ਹੈ, ਸੋਰਸ ਕਲੋਜ਼ ਆ ਰਿਹਾ ਤਾਂ ਕਲੋਜ਼ ਆਉਣ ਨਾਲ ਉਹਦੀ ਵੈਲੋਸਿਟੀ ਆਫ ਸਾਊਂਡ ਤੇ ਕੋਈ ਫਰਕ ਨਹੀਂ ਪਿਆ। ਨੰਬਰ ਆਫ ਵੇਵਸ ਜਿਹੜੀਆਂ ਇਸ ਪੁਆਇੰਟ ਤੇ ਰਿਸੀਵ ਹੋ ਰਹੀਆਂ ਉਹਦੇ 'ਚ ਫਰਕ ਪਿਆ, ਕਿਉਂਕਿ ਸੋਰਸ ਕਲੋਜ਼ ਆ ਗਿਆ। ਸੋਰਸ ਕਲੋਜ਼ ਆ ਗਿਆ ਤਾਂ ਉਹਦੇ ਨਾਲ ਨੰਬਰ ਆਫ ਵੇਵਸ ਕੀ ਹੋ ਗਈਆਂ, ਕਲੋਜ਼ ਹੋ ਗਈਆਂ, ਜਿਨ੍ਹਾਂ ਕਰਕੇ ਵੇਵਲੈਂਥ ਕੀ ਹੋ ਗਈ, ਘਟ ਗਈ। ਜੇ ਵੇਵਲੈਂਥ ਘਟ ਗਈ ਤਾਂ ਫ੍ਰੀਕੁਐਂਸੀ ਕੀ ਹੋ ਗਈ, ਵੱਧ ਗਈ। ਮੈਥਮੈਟੀਕਲੀ ਵੀ ਆਪਾਂ ਕਰਾਂਗੇ। ਕਲੀਅਰ ਹੈ ਜੀ। ਪਾਣੀ ਦੀ ਪਾਈਪ ਵਾਲੀ ਐਗਜ਼ਾਮਪਲ ਲੈ ਲਓ। ਮੰਨ ਲਓ ਆਹ ਆਬਜ਼ਰਵਰ ਆਪਣੇ ਕੋਲ ਖੜਾ ਹੈ, ਆਹ ਪਾਣੀ ਦੀ ਪਾਈਪ ਹੈ, ਤੁਸੀਂ ਇਧਰੋਂ ਪਾਣੀ ਅੱਗੇ ਇੱਥੋਂ ਇਹਦੇ ਉੱਪਰ ਬੌਛਾਰ ਮਾਰ ਰਹੇ ਸੀ ਪਾਣੀ ਦੀ। ਜਦੋਂ ਤੁਸੀਂ ਪਾਣੀ ਦੀ ਪਾਈਪ ਲੈ ਕੇ ਇਹਦੇ ਕਲੋਜ਼ ਆ ਗਏ ਤਾਂ ਪਾਣੀ ਦੀ ਅਮਾਊਂਟ ਜਿਹੜੀ ਇਹਦੇ ਉੱਪਰ ਫਾਲ ਕਰ ਰਹੀ ਹੈ ਉਹ ਕੀ ਹੋਏਗੀ, ਵੱਧ ਜਾਏਗੀ। ਛੇਤੀ ਛੇਤੀ ਪਾਣੀ ਪੈਣ ਲੱਗ ਜਾਏ, ਕਹਿਣ ਦਾ ਮਤਲਬ ਫ੍ਰੀਕੁਐਂਸੀ ਵੱਧ ਗਈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ। ਤੇ ਇਸੇ ਕੇਸ ਦੇ ਵਿੱਚ ਕੀ, ਜਦੋਂ ਆਬਜ਼ਰਵਰ ਸਟੇਬਲ ਰਵੇ ਬਟ ਸੋਰਸ ਅਵੇ ਮੂਵ ਕਰਨ ਲੱਗ ਜੇ ਤਾਂ ਜਿਹੜਾ ਇਫੈਕਟ ਇੱਧਰ ਹੋ ਰਿਹਾ ਸੀਗਾ ਵੇਵ ਵਾਲਾ, ਉਹ ਇੱਧਰ ਹੋਣ ਲੱਗ ਜਾਏਗਾ। ਜਿੰਨੇ ਟਾਈਮ ਦੇ ਵਿੱਚ ਇੱਥੇ ਵੇਵ ਆਪਣੇ ਕੋਲ ਪਹੁੰਚਣੀ ਚਾਹੀਦੀ ਸੀ ਇੱਥੋਂ, ਜੇਕਰ ਸੋਰਸ ਇੱਧਰ ਨੂੰ ਮੂਵ ਕਰਨ ਲੱਗ ਗਿਆ ਤਾਂ ਉਹ ਵੇਵ ਜਿੰਨੀਆਂ ਇੱਥੇ ਰਿਸੀਵ ਹੋਣੀਆਂ ਚਾਹੀਦੀਆਂ ਸੀ ਓਨੀਆਂ ਰਿਸੀਵ ਨਹੀਂ ਹੋਣਗੀਆਂ, ਘਟ ਜਾਣਗੀਆਂ। ਤਾਂ ਇਹਨਾਂ ਦੇ ਵਿਚਕਾਰ ਗੈਪ ਕੀ ਹੋਏਗਾ, ਵੱਧ ਜਾਏਗਾ, ਵੇਵ ਲੈਂਥ ਵੱਧ ਜਾਏਗੀ। ਜੇ ਵੇਵ ਲੈਂਥ ਵੱਧ ਗਿਆ ਤਾਂ ਫ੍ਰੀਕੁਐਂਸੀ ਕੀ ਹੋਏਗੀ, ਘਟ ਜਾਏਗੀ। ਕਿਉਂਕਿ ਡੋਪਲਰ ਇਫੈਕਟ ਮਹਿਸੂਸ ਕਿਉਂ ਹੁੰਦਾ ਬੇਟਾ? ਦੋਵਾਂ ਦੇ ਵਿਚਕਾਰ ਰਿਲੇਟਿਵ ਮੋਸ਼ਨ ਕਰਕੇ। ਕਿਹਦੇ ਵਿਚਕਾਰ? ਸੋਰਸ ਤੇ ਆਬਜ਼ਰਵਰ ਦੇ ਵਿਚਕਾਰ। ਠੀਕ ਹੈ, ਇੱਥੇ ਅਸੀਂ ਮੇਨ ਪੁਆਇੰਟ ਜਿਹੜਾ ਨੋਟ ਕੀਤਾ ਵੀ ਵੀ ਸੇਮ ਰਹੇਗੀ। ਠੀਕ ਹੈ। ਲਓ, ਇਸ ਚੀਜ਼ ਨੂੰ ਆਪਾਂ ਇੱਕ ਨਿੱਕੀ ਜੀ ਐਨੀਮੇਸ਼ਨ ਉਹਦੇ ਨਾਲ ਆਪਾਂ ਆਬਜ਼ਰਵ ਕਰਦੇ ਹਾਂ, ਧਿਆਨ ਨਾਲ ਦੇਖਿਓ। ਦੇਖੋ ਬੇਟੇ ਕੀ ਹੋ ਰਿਹਾ, ਹੁਣ ਦੇਖੋ ਇਹਨਾਂ ਦੇ ਵਿਚਕਾਰ ਗੈਪ ਵੱਧਦਾ ਜਾ ਰਿਹਾ। ਵੇਖੋ ਅਗਲੇ ਪਾਸੇ ਗੈਪ ਆ, ਧਿਆਨ ਨਾਲ ਦੇਖੋ। ਇੱਧਰ ਗੈਪ ਘੱਟ ਹੈ, ਇੱਧਰਲੇ ਪਾਸੇ ਗੈਪ ਕੀ ਹੈ, ਜ਼ਿਆਦਾ। ਇਹਦਾ ਮਤਲਬ ਜਦੋਂ ਸੋਰਸ ਅਵੇ ਜਾ ਰਿਹਾ ਤਾਂ ਵੇਵ ਲੈਂਥ ਕੀ ਹੋ ਰਹੀ ਹੈ, ਜਿਹੜੀ ਆਬਜ਼ਰਵਰ ਨੂੰ ਮਹਿਸੂਸ ਹੋਣੀ ਚਾਹੀਦੀ ਸੀ ਉਹ ਵੱਧ ਰਹੀ ਹੈ। ਜੇ ਵੇਵ ਲੈਂਥ ਵੱਧ ਗਈ, ਦੋ ਕਰਸਟ ਜਾਂ ਦੋ ਕੰਪਰੈਸ਼ਨ ਦੇ ਵਿਚਕਾਰ ਦਾ ਡਿਸਟੈਂਸ ਵੱਧ ਗਿਆ ਤਾਂ ਲਾਊਡਨੈਸ ਕੀ ਹੋਏਗੀ, ਫ੍ਰੀਕੁਐਂਸੀ ਕੀ ਹੋਏਗੀ, ਘਟ ਜਾਏਗੀ। ਠੀਕ ਹੈ ਜੀ। ਦੁਬਾਰਾ ਦੇਖੋ, ਕਲੋਜ਼ ਆ ਰਿਹਾ ਤੇ ਇੱਥੇ ਕਲੋਜ਼ਨੈਸ ਵੱਧ ਗਈ। ਜਿਵੇਂ ਕਲੋਜ਼ ਆ ਰਿਹਾ ਕਲੋਜ਼ਨੈਸ ਵੱਧ ਰਹੀ ਹੈ, ਬਟ ਜਿਵੇਂ ਹੀ ਉਹ ਆਪਣੇ ਕੋਲ ਦੂਰ ਜਾ ਰਿਹਾ ਤਾਂ ਵੇਵ ਦੀ ਕਲੋਜ਼ਨੈਸ ਕੀ ਹੋ ਰਹੀ, ਘਟ ਰਹੀ ਹੈ, ਜਿਹੜੀ ਰਿਸੀਵ ਹੋ ਰਹੀ ਹੈ। ਇਸ ਲਈ ਵੇਵ ਲੈਂਥ ਇਸ ਕੇਸ 'ਚ ਵੇਵ ਲੈਂਥ ਵੱਧ ਜਾਏਗੀ ਜਦੋਂ ਸੋਰਸ ਅਵੇ ਜਾਏਗਾ। ਠੀਕ ਹੈ ਜੀ, ਤੇ ਫ੍ਰੀਕੁਐਂਸੀ ਘਟ ਜਾਏਗੀ, ਬਟ ਜਦੋਂ ਕਲੋਜ਼ ਹੋਏਗਾ ਉਦੋਂ ਫ੍ਰੀਕੁਐਂਸੀ ਵੱਧ ਜਾਏਗੀ। ਠੀਕ ਹੈ ਜੀ। ਮੈਥਮੈਟੀਕਲੀ ਇਸ ਚੀਜ਼ ਨੂੰ ਆਪਾਂ ਸੋਲਵ ਕਰਦੇ ਹਾਂ। ਦੇਖੋ ਬੇਟੇ, ਆਪਾਂ ਸਿਰਫ ਜੇਕਰ ਲਾਸਟ ਪੁਆਇੰਟ ਤੇ ਕੰਸਨਟਰੇਟ ਕਰੀਏ, ਇਹ ਫਿਗਰ ਨੂੰ ਹੀ ਆਪਾਂ ਸਮਝਦੇ ਹਾਂ। ਇੱਕ ਆਪਣੇ ਕੋਲ ਸੋਰਸ ਹੈ, ਇੱਕ ਆਪਣੇ ਕੋਲ ਆਬਜ਼ਰਵਰ ਹੈ। ਆਬਜ਼ਰਵਰ ਨੂੰ ਜਿਹੜੀ ਲਾਸਟ ਵੇਵ ਰੀਚ ਕੀਤੀ ਹੈ, ਇਮੀਡੀਏਟ ਜਿਹੜੀ ਉਸ ਤੋਂ ਪਿੱਛੇ ਹੈ ਵੇਵ, ਉਹਨਾਂ ਦੋਵਾਂ ਦੇ ਵਿਚਕਾਰ ਇੱਕ ਟਾਈਮ ਪੀਰੀਅਡ ਦਾ ਫਰਕ ਹੁੰਦਾ। ਇੱਕ ਕੰਪਰੈਸ਼ਨ ਤੋਂ ਬਾਅਦ ਜਿਹੜਾ ਦੂਸਰਾ ਕੰਪਰੈਸ਼ਨ ਆਏਗਾ। ਠੀਕ ਹੈ ਜੀ। ਜੇਕਰ ਸੋਰਸ ਤੇ ਆਬਜ਼ਰਵਰ ਦੋਵੇਂ ਆਪਣੇ ਕੋਲੇ ਰੈਸਟ ਦੇ ਵਿੱਚ ਹੈ ਤਾਂ ਜਿਹੜੀ ਲਾਸਟ ਵੇਵ ਰਿਸੀਵ ਹੋਏਗੀ ਉਹਦੇ 'ਚ ਟੀ ਟਾਈਮ ਦਾ ਫਰਕ ਹੋਵੇਗਾ। ਕਹਿਣ ਦਾ ਮਤਲਬ ਵੇਵ ਲੈਂਥ ਲੈਮਡਾ ਹੋਏਗਾ, ਫਰਕ ਨਹੀਂ ਪਏਗਾ। ਉਨੀ ਵੇਵ ਹੀ ਜਿਹੜੀ ਜਾ ਰਹੀ ਹੈ ਇਸ ਤਰ੍ਹਾਂ ਨਾਲ ਸੋਰਸ ਤੋਂ ਆਬਜ਼ਰਵਰ ਤੱਕ, ਉਨੀ ਵੇਵ ਲੈਂਥ ਹੀ ਜਿਹੜੀ ਆਪਣੇ ਕੋਲ ਰਿਸੀਵ ਹੋਈ। ਬਟ ਜੇਕਰ ਸੋਰਸ ਕੀ ਕਰਨ ਲੱਗ ਜੇ, ਮੂਵ ਕਰਨ ਲੱਗ ਜੇ, ਜੇਕਰ ਸੋਰਸ ਕੀ ਕਰਨ ਲੱਗ ਜੇ,
ਮੂਵ ਕਰਨ ਲੱਗ ਜੇ, ਕਿਉਂਕਿ ਆਪਣੇ ਕੇਸ 'ਚ ਕੀ ਸੋਰਸ ਮੂਵ ਕਰ ਰਿਹਾ, ਤਾਂ ਦੇਖੋ ਕੀ ਹੋਏਗਾ। ਇੱਕ ਸੋਰਸ ਹੈ, ਇੱਕ ਅਬਜ਼ਰਵਰ ਹੈ, ਇਹ ਵੇਵਜ਼ ਲਗਾਤਾਰ ਕੀ ਹੈ ਐਮਿਟ ਕਰ ਰਿਹਾ, ਠੀਕ ਹੈ ਬੇਟਾ। ਜਿਹੜੀ ਲਾਸਟ ਵੇਵ ਰਿਸੀਵ ਹੋਈ ਹੈ ਉਹ ਸਾਰਿਆਂ ਦੇ ਵਿੱਚ ਗੈਪ ਕੀ ਹੈ, ਲੈਮਡਾ ਹੀ ਹੈ। ਤੇ ਕਿੰਨਾ ਟਾਈਮ ਲੱਗਿਆ ਇੱਕ ਵੇਵ ਨੂੰ ਇੱਥੇ ਤੱਕ ਪਹੁੰਚਣ ਲਈ, ਟੀ ਟਾਈਮ ਲੱਗਿਆ, ਠੀਕ ਹੈ ਜੀ। ਬਟ ਜੇਕਰ ਆਹ ਵਾਲਾ ਸੋਰਸ ਹੈ ਇਹ ਨਜ਼ਦੀਕ ਆਉਣਾ ਸ਼ੁਰੂ ਹੋ ਜੇ, ਮੰਨ ਲਓ ਇਹਦੀ ਵੈਲੋਸਿਟੀ v ਆਫ s ਹੋਵੇ, ਸਾਊਂਡ ਦੀ ਸਪੀਡ ਤੇ ਤਾਂ ਕੋਈ ਫਰਕ ਨਹੀਂ ਪਿਆ, ਪਾਣੀ ਵਾਲੀ ਐਗਜ਼ਾਮਪਲ ਯਾਦ ਕਰੋ, ਪਾਈਪ ਦੇ ਵਿੱਚੋਂ ਉਨੀ ਸਪੀਡ ਤੇ ਡਿੱਗ ਰਿਹਾ, ਪਰ ਸੋਰਸ ਕਲੋਜ਼ ਜਾਣਾ ਸ਼ੁਰੂ ਹੋ ਗਿਆ। ਸੋਰਸ ਦੇ ਕਲੋਜ਼ ਜਾਣ ਨਾਲ ਕੀ ਹੋਏਗਾ, ਜਿਹੜਾ ਲਾਸਟ ਵਾਲਾ ਪੁਆਇੰਟ ਅਬਜ਼ਰਵ ਕੀਤਾ ਸੀਗਾ, ਜੇਕਰ ਉਹਨੂੰ ਆਹ ਗੈਪ ਲੈਮਡਾ ਸੀ ਤਾਂ ਹੁਣ ਉਹ ਲੈਮਡਾ ਨਹੀਂ ਹੋਏਗਾ, ਕਿਉਂਕਿ ਸੋਰਸ ਦੇ ਕਲੋਜ਼ ਆਉਣ ਦੇ ਨਾਲ ਜਿਹੜੀਆਂ ਅਬਜ਼ਰਵਰ ਨੂੰ ਵੇਵਜ਼ ਮਹਿਸੂਸ ਹੋਣੀਆਂ ਸੀ, ਉਹ ਹੁਣ ਵੇਵ ਲੈਂਥ ਕੀ ਹੋਊਗੀ ਉਹਨਾਂ ਦੀ, ਘਟ ਜੂਗੀ। ਕਿੰਨੀ ਘਟ ਜੂਗੀ ਉਹ ਇਸ ਚੀਜ਼ ਤੇ ਡਿਪੈਂਡ ਕਰੂਗਾ ਵੀ ਕਿੰਨਾ ਡਿਸਟੈਂਸ ਹੈ ਜਿਹੜਾ ਸੋਰਸ ਉਹ ਅੱਗੇ ਆ ਗਿਆ। ਜੇ ਉਹਦੀ ਸਪੀਡ v ਸੀ, vs ਸੀ, t ਸਮੇਂ ਲਈ ਮੂਵ ਕੀਤਾ ਤਾਂ ਦੂਰੀ ਉਹ ਕਿੰਨੀ ਮੂਵ ਕਰ ਗਿਆ, vst। ਜੇਕਰ ਪਹਿਲਾਂ ਉਹਨੂੰ ਟਾਈਮ t ਲੱਗਦਾ ਸੀ, ਧਿਆਨ ਨਾਲ ਦੇਖੋ, ਜਦੋਂ ਸੋਰਸ ਤੇ ਅਬਜ਼ਰਵਰ ਰੈਸਟ ਦੇ ਵਿੱਚ ਸੀ ਤਾਂ ਟੀ ਟਾਈਮ ਦੇ ਵਿੱਚ ਲਾਸਟ ਵੇਵ ਆਪਾਂ ਨੂੰ ਰਿਸੀਵ ਹੋ ਜਾਂਦੀ ਸੀ। ਹੁਣ ਟਾਈਮ ਕਿੰਨਾ ਲੱਗੇਗਾ, ਆ ਫਾਰਮੂਲਾ ਯਾਦ ਰੱਖੋ, ਡਿਸਟੈਂਸ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ। ਟਾਈਮ ਕਿਹਦੇ ਬਰਾਬਰ ਹੋਏਗਾ, ਡਿਸਟੈਂਸ ਬਾਈ ਵੈਲੋਸਿਟੀ। ਕਿੰਨਾ ਟਾਈਮ ਲੱਗੇਗਾ ਵੇਵ ਨੂੰ ਇੱਥੋਂ ਇੱਥੇ ਤੱਕ ਪਹੁੰਚਣ ਲਈ, ਆਪਾਂ ਨੂੰ ਨਜ਼ਰ ਆ ਰਿਹਾ ਵੀ ਡਿਸਟੈਂਸ ਘਟ ਗਿਆ। ਕਿੰਨਾ ਡਿਸਟੈਂਸ ਘਟ ਗਿਆ, ਜਿੰਨਾ ਆ ਵੇਵ ਮੂਵ ਕਰ ਗਈ। ਆਪਾਂ ਲਾਸਟ ਵਾਲੀ ਵੇਵ ਦਾ ਹੀ ਕੱਢ ਰਹੇ ਹਾਂ, ਡਿਸਟੈਂਸ ਵੈਲੋਸਿਟੀ ਇਨਟੂ ਟਾਈਮ ਬਾਈ ਵੈਲੋਸਿਟੀ। ਕਿੰਨੀ ਵੈਲੋਸਿਟੀ ਨਾਲ ਮੂਵ ਕਰ ਰਹੀ ਹੈ, v ਵੈਲੋਸਿਟੀ ਨਾਲ, ਕਿਉਂਕਿ ਸਾਊਂਡ ਦੀ ਵੈਲੋਸਿਟੀ ਦੇ ਵਿੱਚ ਕੋਈ ਫਰਕ ਨਹੀਂ ਪਿਆ। ਇਹ ਚੇਂਜ ਹੈ ਲਾਸਟ ਵਾਲੀ ਵੇਵ ਜਿਹੜੀ ਆਪਾਂ ਨੂੰ ਰਿਸੀਵ ਹੋ ਰਹੀ ਸੀ। ਕਲੀਅਰ ਹੋਇਆ ਕਿ ਨਹੀਂ ਹੋਇਆ, ਲਾਸਟ ਵੇਵ ਜਿਹੜੀ ਸਾਨੂੰ ਮਿਲ ਰਹੀ ਸੀ ਉਹਦੇ ਵਿੱਚ ਆ ਗੈਪ ਹੈ, ਠੀਕ ਹੈ। ਇਹਨੂੰ ਆਪਾਂ ਸੋਲਵ ਕਰਦੇ ਹਾਂ, ਦੇਖੋ ਐਲਸੀਐਮ ਲਈਏ, vt vst ਡਿਵਾਈਡ ਬਾਈ v, t ਕਾਮਨ ਕੱਢ ਦਈਏ ਤਾਂ ਕੀ ਬਣ ਗਿਆ, v ਮਾਈਨਸ vs ਡਿਵਾਈਡ ਬਾਈ v। ਇਹ ਕਿੰਦੇ ਬਰਾਬਰ ਆ ਗਿਆ ਬੇਟੇ, ਇਹ t ਚੇਂਜ ਜਿਹੜੀ ਹੋਈ ਹੈ ਡੈਲਟਾ t ਦੇ ਬਰਾਬਰ ਆ ਗਿਆ। ਹੁਣ ਅਸੀਂ ਪਹਿਲਾਂ ਇੱਕ ਗੱਲ ਸਿੱਖ ਕੇ ਆਏ ਵੀ ਫ੍ਰੀਕੁਐਂਸੀ ਕਿੰਦੇ ਪ੍ਰਪੋਰਸ਼ਨਲ ਹੁੰਦੀ, 1/t ਦੇ। ਇਹਦਾ ਮਤਲਬ ਡੈਲਟਾ t ਜਿਹੜਾ ਸਾਡੇ ਕੋਲ ਆਇਆ ਉਹ ਆਇਆ v ਮਾਈਨਸ vs ਬਾਈ v, ਉੱਪਰ ਆਪਣੇ ਕੋਲ ਕੀ ਇੱਥੇ t। ਤੇ ਜੇ ਆਪਾਂ ਇਹਦਾ ਇਨਵਰਸ ਲੈ ਲਈਏ ਤਾਂ 1 ਡੈਲਟਾ t ਕਿੰਦੇ ਬਰਾਬਰ ਆਏਗਾ ਬੇਟੇ, ਇਹ ਆਏਗਾ v ਡਿਵਾਈਡ ਬਾਈ v ਮਾਈਨਸ vs, ਨੀਚੇ ਆਪਣੇ ਕੋਲ ਇੱਥੇ ਕੀ ਆ ਜਾਏਗਾ 1/t। ਇੱਥੇ ਕੋਈ ਡਾਊਟ ਹੈ ਤਾਂ ਦੱਸੋ ਬੇਟੇ। ਹੁਣ ਆਹ ਚੀਜ਼ ਕੀ ਹੈ 1/t, ਇਹ ਫ੍ਰੀਕੁਐਂਸੀ ਹੈ ਜਿਹੜੀ ਕੌਣ ਇਮਿਟ ਕਰ ਰਿਹਾ ਸੀਗਾ, ਸੋਰਸ। ਆ ਵੀ ਫ੍ਰੀਕੁਐਂਸੀ ਹੈ 1/t, ਇਹ ਕਿਹੜੀ ਹੈ ਜਿਹੜੀ ਅਬਜ਼ਰਵ ਹੋ ਰਹੀ ਹੈ ਅਬਜ਼ਰਵਰ ਨੂੰ। ਇਹਦਾ ਮਤਲਬ ਕੀ ਰਿਲੇਸ਼ਨ ਆ ਗਿਆ, f ਆਫ o v ਡਿਵਾਈਡ ਬਾਈ v ਮਾਈਨਸ v ਆਫ s ਇੰਟੂ f, ਸੋਰਸ ਨੇ ਜਿਹੜੀ ਫ੍ਰੀਕੁਐਂਸੀ ਇਮਿਟ ਕੀਤੀ ਹੈ। ਇਹ ਰਿਲੇਸ਼ਨ ਬਣ ਗਿਆ ਬੇਟੇ ਜਿਹੜਾ ਆਪਾਂ ਯਾਦ ਰੱਖਣਾ, ਠੀਕ ਹੈ ਜੀ। ਜਦੋਂ ਸੋਰਸ ਕਲੋਜ਼ ਆ ਰਿਹਾ ਅਬਜ਼ਰਵਰ ਦੇ ਤਾਂ ਦੇਖੋ ਡਿਨੋਮੀਨੇਟਰ ਦੇ ਵਿੱਚ ਛੋਟੀ ਟਰਮ ਹੋ ਗਈ ਤਾਂ ਫ੍ਰੀਕੁਐਂਸੀ ਵੱਧ ਗਈ। ਹੁਣ ਉਲਟ ਕੇਸ ਲਈਏ, ਜੇ ਆਪਾਂ ਕਹੀਏ ਸੋਰਸ ਹੈ ਜਿਹੜਾ ਉਹ ਅਵੇ ਮੂਵ ਕਰ ਰਿਹਾ, ਅਵੇ ਮੂਵ ਕਰ ਰਿਹਾ ਤਾਂ ਜਿਹੜਾ ਲਾਸਟ ਦੇ ਵਿੱਚ ਆਪਣੇ ਕੋਲ ਟਾਈਮ ਮੰਨ ਲਓ t ਲੱਗਦਾ ਸੀਗਾ ਇੱਕ ਵੇਵ ਨੂੰ ਮੂਵ ਕਰਨ ਦੇ ਵਿੱਚ, ਉਹ ਹੁਣ t ਨਹੀਂ ਲੱਗੇਗਾ, t ਤੋਂ ਜ਼ਿਆਦਾ ਲੱਗੇਗਾ, ਕਿਉਂਕਿ ਵੇਵ ਅਵੇ ਮੂਵ ਕਰ ਰਹੀ ਹੈ। ਕਿੰਨਾ ਜ਼ਿਆਦਾ ਲੱਗੇਗਾ, ਜਿੰਨਾ ਉਹ vst ਡਿਸਟੈਂਸ ਹੈ। ਇਹੀ ਸਾਰਾ ਆਰਟੀਕਲ ਡਰਾਈਵ ਹੋਏਗਾ, ਟਾਈਮ ਕਿੰਨਾ ਜ਼ਿਆਦਾ ਲੱਗੇਗਾ, ਇੱਥੇ ਪਲੱਸ ਹੋ ਜਾਏਗਾ, ਇੱਥੇ ਪਲੱਸ ਹੋ ਜਾਏਗਾ, ਇੱਥੇ ਪਲੱਸ, ਤੇ ਇੱਥੇ ਆਪਣੇ ਕੋਲ ਕੀ ਹੋਈ ਪਲੱਸ। ਇਹਦਾ ਮਤਲਬ ਜਦੋਂ ਸੋਰਸ ਅਵੇ ਜਾ ਰਿਹਾ ਤਾਂ ਉਦੋਂ v ਪਲੱਸ vs ਆਏਗਾ ਇਸ ਰਿਲੇਸ਼ਨ ਦੇ ਵਿੱਚ, ਡਿਨੋਮੀਨੇਟਰ ਦੇ ਵਿੱਚ। ਜਦੋਂ ਟੁਵਰਡ ਆ ਰਿਹਾ ਤਾਂ v ਮਾਈਨਸ v ਆਫ s ਆਏਗਾ, ਠੀਕ ਹੈ ਜੀ। ਇਹ ਪੁਆਇੰਟ ਨੋਟ ਕਰ ਲੈਣਾ, ਇਸ ਇਕੁਏਸ਼ਨ ਨੂੰ ਨੋਟ ਕਰ ਲੈਣਾ, ਤਰੀਕਾ ਮੈਂ ਅੱਗੇ ਨੂੰ ਯਾਦ ਕਰਨ ਦਾ ਦੱਸੂਗਾ, ਠੀਕ ਹੈ। ਪਹਿਲਾ ਕੇਸ ਆਪਣੇ ਕੋਲ ਹੋ ਗਿਆ। ਹੁਣ ਸਾਰੀ ਚੀਜ਼ ਨੂੰ ਆਪਾਂ ਸਮਰਾਈਜ਼ ਕਰੀਏ ਤਾਂ ਧਿਆਨ ਨਾਲ ਦੇਖੋ, ਇਸ ਕੇਸ ਦੇ ਵਿੱਚ ਕੀ ਹੈ, ਸੋਰਸ ਤੇ ਅਬਜ਼ਰਵਰ ਰੈਸਟ ਦੇ ਵਿੱਚ ਆ, ਸੋਰਸ ਹੈ, ਅਬਜ਼ਰਵਰ ਹੈ, ਦੇਖੋ ਗੈਪ ਵੇਖੋ ਸਾਰਿਆਂ ਦੇ ਵਿੱਚ ਸੇਮ ਹੈ,
ਠੀਕ ਹੈ ਜੀ। ਇਹਦਾ ਮਤਲਬ ਸੇਮ ਵੇਵਲੈਂਥ ਹੀ ਹੈ ਜਿਹੜੀ ਇੱਥੇ ਤੱਕ ਰੀਚ ਕਰ ਰਹੀ ਹੈ, ਤੇ ਫ੍ਰੀਕੁਐਂਸੀ ਵੀ ਕੀ ਹੈ, ਸੇਮ। ਜਿੰਨੀ ਇਹ ਛੱਡ ਰਿਹਾ ਉਨੀ ਹੀ ਇੱਥੇ ਅਪੀਅਰ ਹੋ ਰਹੀ ਹੈ। ਜੇਕਰ ਸੋਰਸ ਕਲੋਜ਼ ਮੂਵ ਕਰਨ ਲੱਗ ਜੇ ਤਾਂ ਗੈਪ ਦੇਖੋ ਬੇਟਾ ਕਿੰਨਾ ਘਟ ਗਿਆ, ਲੈਮਡਾ ਘਟ ਗਿਆ, ਤਾਂ ਫ੍ਰੀਕੁਐਂਸੀ ਕੀ ਹੋਊਗੀ, ਵਧੂ। ਆਈ ਜਿਹੜਾ ਆਪਾਂ ਰਿਲੇਸ਼ਨ ਕੀਤਾ v ਡਿਵਾਈਡ ਬਾਈ v, ਆਪਾਂ ਉਹ ਮੰਨਿਆ ਸੀਗਾ v ਮਾਈਨਸ ਆਰ ਰਿਲੇਸ਼ਨ ਆ ਗਿਆ ਫ੍ਰੀਕੁਐਂਸੀ। ਜੇਕਰ ਸੋਰਸ ਅਵੇ ਮੂਵ ਕਰੇ ਤਾਂ ਗੈਪ ਦੇਖੋ ਬੇਟੇ ਕਿੰਨਾ ਜ਼ਿਆਦਾ ਵੱਧ ਗਿਆ। ਸੋਰਸ ਅਵੇ ਮੂਵ ਕਰੇਗਾ ਤਾਂ ਕੀ ਹੋਵੇਗਾ, ਵੇਵਲੈਂਥ ਹੈ ਜਿਹੜੀ ਇਹਨੂੰ ਮਹਿਸੂਸ ਹੋ ਰਹੀ ਹੈ ਉਹ ਵੱਧ ਜਾਏਗੀ। ਜੇ ਵੇਵਲੈਂਥ ਵੱਧ ਗਈ ਤਾਂ ਫ੍ਰੀਕੁਐਂਸੀ ਘਟ ਜਾਏਗੀ। ਜੇ ਫ੍ਰੀਕੁਐਂਸੀ ਨੂੰ ਘਟਾਉਣਾ ਤਾਂ ਡਿਨੋਮੀਨੇਟਰ 'ਚ ਵੱਡੀ ਟਰਮ ਹੋਣੀ ਚਾਹੀਦੀ ਹੈ, ਤੇ ਇਹਦਾ ਮਤਲਬ ਇੱਥੇ ਕੀ ਆਏਗਾ, ਪਲੱਸ। ਇਹਦਾ ਮਤਲਬ ਆਪਾਂ ਜਿਹੜਾ ਡਰਾਈਵ ਕੀਤਾ ਸੀ ਟਾਈਮ ਹੁਣ ਜ਼ਿਆਦਾ ਲੱਗੇਗਾ, ਟੀ ਪਲੱਸ ਹੋਏਗਾ, ਵੀ ਐਸ ਟੀ ਬਾਈ ਵੀ। ਠੀਕ ਹੋ ਗਿਆ। ਇਸ ਕੇਸ ਨੂੰ ਧਿਆਨ ਨਾਲ ਦੇਖ ਲਓ। ਸੋਰਸ ਮੂਵ ਕਰ ਰਿਹਾ ਸੀ ਅਵੇ, ਸੋਰਸ ਅਵੇ ਮੂਵ ਕਰਨ ਲੱਗਿਆ, ਸਿਰਫ ਉਹਦੀ ਵੈਲੋਸਿਟੀ ਦਾ ਇਫੈਕਟ ਲਿਆ ਸੀ, ਜਿਹੜੀ ਸਾਊਂਡ ਛੱਡ ਰਿਹਾ ਸੀ ਉਹਦਾ ਇਫੈਕਟ ਨਹੀਂ ਲਿਆ ਸੀ। ਠੀਕ ਹੈ। ਹੁਣ ਨੈਕਸਟ ਕੇਸ ਦੇਖੋ, ਜਦੋਂ ਸੋਰਸ ਰੈਸਟ ਦੇ ਵਿੱਚ ਹੈ, ਮੋਸਟ ਇੰਪੋਰਟੈਂਟ ਕੇਸ ਹੈ, ਸੋਰਸ ਆਪਣੇ ਕੋਲ ਰੈਸਟ ਦੇ ਵਿੱਚ ਹੈ ਤੇ ਅਬਜ਼ਰਵਰ ਵੀ ਮੰਨ ਲਓ ਰੈਸਟ ਦੇ ਵਿੱਚ ਹੈ, ਤਾਂ ਦੇਖੋ ਜਿੰਨੀ ਵੇਵ ਇਹ ਛੱਡ ਰਿਹਾ ਉਹਦੇ ਵਿੱਚ ਜਿੰਨੀ ਵੈਲੋਸਿਟੀ v ਦੀ ਸੀ ਉਨੀ ਹੀ ਰਹੇਗੀ, ਫ੍ਰੀਕੁਐਂਸੀ ਜਿੰਨੀ ਸੀ ਉਹੀ ਰਹੇਗੀ, ਵੇਵਲੈਂਥ ਵੀ ਉਹੀ ਰਹੇਗੀ ਜਿਹੜੀ ਇਹਨੂੰ ਰਿਸੀਵ ਹੋ ਰਹੀ ਹੈ। ਠੀਕ ਹੈ ਜੀ। ਨੰਬਰ ਆਫ ਵੇਵਸ ਇਹਨੂੰ 10 ਪਰ ਸੈਕਿੰਡ ਮਿਲਣੀਆਂ ਸੀ ਤੇ 10 ਹੀ ਮਿਲਦੀਆਂ ਰਹਿਣਗੀਆਂ। ਹੁਣ ਦੇਖੋ ਜੇਕਰ ਅਬਜ਼ਰਵਰ ਮੂਵ ਕਰਨ ਲੱਗ ਗਿਆ ਟੁਵਰਡ ਦੀ ਸੋਰਸ, ਕਿੱਧਰ ਮੂਵ ਕਰਨ ਲੱਗ ਗਿਆ ਬੇਟਾ, ਟੁਵਰਡਸ ਦੀ ਸੋਰਸ ਮੂਵ ਕਰਨ ਲੱਗ ਗਿਆ, ਤਾਂ ਕੀ ਹੋਏਗਾ, ਲੈਮਡੇ ਦੇ ਵਿੱਚ ਤਾਂ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਹ ਤਾਂ ਸੋਰਸ ਕਰ ਰਿਹਾ, ਛੱਡ ਰਿਹਾ। ਪਰ ਜਿਹੜੀਆਂ ਇਹਨੂੰ ਵੇਵਸ ਜਿਵੇਂ ਮੰਨ ਲਓ ਪਹਿਲਾਂ 10 ਆਪਣੇ ਕੋਲੇ ਰਿਸੀਵ ਹੋ ਰਹੀਆਂ ਸੀ, ਉਹ 15 ਜਾਂ 20 ਰਿਸੀਵ ਹੋਣ ਲੱਗ ਜਾਣਗੀਆਂ ਕਿਉਂਕਿ ਇਹ ਟੁਵਰਡਸ ਮੂਵ ਕਰਨ ਲੱਗ ਗਿਆ। ਮੰਨ ਲਓ ਇਹਦੀ ਵੈਲੋਸਿਟੀ ਹੈ v ਆਫ o, ਸਾਊਂਡ ਕਿਵੇਂ ਆ ਰਹੀ ਹੈ ਇਹਦੇ ਵੱਲ, v ਵੈਲੋਸਿਟੀ ਨਾਲ। ਦੇਖੋ ਦੋ ਵੈਲੋਸਿਟੀਜ਼ ਜਦੋਂ ਇੱਕ ਦੂਸਰੇ ਦੇ ਉਲਟ ਆ ਰਹੀਆਂ ਤਾਂ ਸਾਨੂੰ ਉਹਦਾ ਰਿਲੇਟਿਵਿਸਟਿਕ ਇਫੈਕਟ ਕੀ ਹੋਊਗਾ, ਐਡ। ਆਪੇ ਆਰਟੀਕਲ ਕੀਤਾ ਹੋਇਆ +1 ਦੇ ਵਿੱਚ। ਠੀਕ ਹੈ ਜੀ, ਰਿਲੇਟਿਵ ਵੈਲੋਸਿਟੀ ਵਾਲੇ ਕਨਸੈਪਟ ਦੇ ਵਿੱਚ। ਠੀਕ ਹੈ। ਹੁਣ ਦੇਖੋ ਵੇਵ ਤਾਂ ਓਨੀ ਹੈ, ਆਪਾਂ ਫ੍ਰੀਕੁਐਂਸੀ ਚੇਂਜ ਕਰਨ ਦੇ ਦੋ ਮੈਥਡ ਦੱਸੇ ਸੀਗੇ। ਕਿਹੜੇ ਕਿਹੜੇ ਮੈਥਡ ਦੱਸੇ ਸੀ ਆਪਾਂ, ਕਿਹਾ ਜਾਂ ਤਾਂ ਵੈਲੋਸਿਟੀ ਚੇਂਜ ਕਰੋ ਜਾਂ ਵੇਵਲੈਂਥ। ਜਦੋਂ ਸੋਰਸ ਮੂਵ ਕੀਤਾ ਉਦੋਂ ਵੇਵਲੈਂਥ ਚੇਂਜ ਹੋ ਗਈ, ਹੁਣ ਸੋਰਸ ਮੂਵ ਨਹੀਂ ਕਰ ਰਿਹਾ ਤਾਂ ਲੈਮਡਾ ਸੇਮ ਹੈ। ਹੁਣ v ਚੇਂਜ ਹੋਵੇਗੀ, ਵੈਲੋਸਿਟੀ ਜਿਹੜੀ ਅਪੀਅਰ ਹੋ ਰਹੀ ਹੈ ਦੇਖੋ, v o ਵੈਲੋਸਿਟੀ ਨਾਲ ਮੂਵ ਕਰ ਰਿਹਾ ਟੁਵਰਡ ਦੀ ਸੋਰਸ, ਇਧਰੋਂ v ਵੈਲੋਸਿਟੀ ਨਾਲ ਸਾਊਂਡ ਆ ਰਹੀ ਹੈ। ਇਹਦਾ ਮਤਲਬ ਜੇਕਰ ਪਹਿਲਾਂ ਇੱਕ ਵੇਵ ਨੂੰ ਰਿਸੀਵ ਹੋਣ ਤੇ ਜਦੋਂ ਰੈਸਟ ਤੇ ਸੀ t ਸਮਾਂ ਲੱਗਦਾ ਸੀ, ਹੁਣ ਕਿੰਨਾ ਸਮਾਂ ਲੱਗੇਗਾ, ਹੁਣ ਅੱਗੇ ਨਾਲੋਂ ਘੱਟ ਸਮਾਂ ਲੱਗੇਗਾ। ਕਿੰਨਾ ਘੱਟ ਸਮਾਂ ਲੱਗੇਗਾ, ਜਿੰਨਾ ਡਿਸਟੈਂਸ ਇਹ ਮੂਵ ਕਰ ਜਾਏਗਾ, VO into t। ਕਲੀਅਰ ਹੋਇਆ ਕਿ ਨਹੀਂ। ਲਾਸਟ ਵੇਵ ਨੂੰ ਰੀਚ ਕਰਨ ਤੇ ਪਹਿਲਾਂ ਕਿੰਨਾ ਸਮਾਂ ਲੱਗਦਾ ਸੀਗਾ, ਮੰਨ ਲਓ t ਸਮਾਂ ਲੱਗਦਾ ਸੀਗਾ, ਹੁਣ ਕਿੰਨਾ ਸਮਾਂ ਲੱਗੇਗਾ, ਹੁਣ ਟਾਈਮ ਘੱਟ ਲੱਗੇਗਾ। ਕਿੰਨਾ ਟਾਈਮ ਘੱਟ ਲੱਗੇਗਾ, ਤਾਂ ਫਾਰਮੂਲਾ ਡਿਸਟੈਂਸ ਇਜ਼ ਇਕੁਅਲ ਟੂ ਵੈਲੋਸਿਟੀ ਇਨਟੂ ਟਾਈਮ। ਤਾਂ ਟਾਈਮ ਕਿਹਦੇ ਬਰਾਬਰ ਹੋਊਗਾ, ਡਿਸਟੈਂਸ ਬਾਈ ਵੈਲੋਸਿਟੀ। ਕਿੰਨਾ ਡਿਸਟੈਂਸ ਮੂਵ ਕੀਤਾ, v o t ਡਿਵਾਈਡ ਬਾਈ ਵੈਲੋਸਿਟੀ। ਹੁਣ ਵੈਲੋਸਿਟੀ ਅਪੀਅਰ ਕੀ ਹੋਏਗੀ, ਬਸ ਆਹੀ ਪੁਆਇੰਟ ਨੋਟ ਰੱਖਣਾ, ਉਹਨੂੰ ਵੈਲੋਸਿਟੀ ਆ ਅਪੀਅਰ ਹੋਏਗੀ, ਸਾਊਂਡ ਦੀ ਵੈਲੋਸਿਟੀ ਪਲੱਸ ਉਹਦੀ ਆਪ ਦੀ ਵੈਲੋਸਿਟੀ ਐਡ ਹੋਏਗੀ। ਕਲੀਅਰ ਹੈ ਬੇਟੇ। ਹੁਣ ਇਹਨੂੰ ਐਲਸੀਐਮ ਲੈ ਕੇ ਜੇ ਆਪਾਂ ਸੋਲਵ ਕਰੀਏ, ਇਹ ਬਣ ਗਿਆ ਵੀ ਟੀ ਪਲੱਸ ਵੀ ਓ ਟੀ ਮਾਈਨਸ ਵੀ ਓ ਟੀ ਡਿਵਾਈਡ ਬਾਏ ਵੀ ਪਲੱਸ ਵੀ ਆਫ ਓ, ਵੀ ਓ ਟੀ ਨਾਲ ਵੀ ਓ ਟੀ ਕੈਂਸਲ। ਠੀਕ ਹੈ। ਇਹ ਡੈਲਟਾ ਟੀ ਕੱਢ ਰਹੇ ਆਪਾਂ, ਚੇਂਜ ਕੱਢ ਰਹੇ ਹਾਂ, ਤਾਂ ਡੈਲਟਾ ਟੀ ਆਪਣੇ ਕੋਲ ਕਿੰਨਾ ਆ ਗਿਆ ਪੁੱਤਰ, ਇਹ ਬਣ ਗਿਆ v ਡਿਵਾਈਡ ਬਾਏ v ਪਲੱਸ v ਆਫ o ਨਾਲ ਆਪਣੇ ਕੋਲ ਕੀ v ਵਾਲੀ ਟਰਮ ਦੇ ਨਾਲ ਉੱਪਰ ਕੀ ਹੈ ਆਪਣੇ ਕੋਲ t। ਪਰ ਸਾਨੂੰ ਚਾਹੀਦੀ ਫ੍ਰੀਕੁਐਂਸੀ, ਫ੍ਰੀਕੁਐਂਸੀ ਕਿੰਦੇ ਬਰਾਬਰ ਹੁੰਦੀ 1 ਬਾਏ ਡੈਲਟਾ ਟੀ। ਕਿੰਨੀ ਫ੍ਰੀਕੁਐਂਸੀ ਅਬਜ਼ਰਵਰ ਨੂੰ ਮਹਿਸੂਸ ਹੋਵੇਗੀ, ਇਹਦਾ ਰਿਵਰਸ ਕਰ ਦਈਏ, v ਪਲੱਸ v ਆਫ o ਡਿਵਾਈਡ ਬਾਈ v ਨਾਲ ਇੱਥੇ ਆਏਗਾ 1 ਬਾਏ ਟੀ। ਇਸ 1 ਬਾਏ ਟੀ ਨੂੰ ਆਪਾਂ ਕੀ ਲਿਖ ਦਈਏ, ਫ੍ਰੀਕੁਐਂਸੀ ਆਫ ਦੀ ਸੋਰਸ। ਇਹਦਾ ਮਤਲਬ ਹੁਣ ਦੇਖੋ ਐਫ ਆਫ ਓ ਆਪਣੇ ਕੋਲ ਕਹਿੰਦੇ ਬਣਿਆ v ਪਲੱਸ ਵੀ ਓ ਡਿਵਾਈਡ ਬਾਈ v ਇੰਟੂ ਐਫ ਆਫ ਸੋਰਸ। ਨੋਟ ਕਰੋ ਰਿਲੇਸ਼ਨ, ਮੋਸਟ ਇੰਪੋਰਟੈਂਟ।
ਜੇਕਰ ਨਿਊਮਰੇਟਰ ਦੀ ਟਰਮ ਵੱਡੀ ਹੋਵੇਗੀ ਤਾਂ ਫ੍ਰੀਕੁਐਂਸੀ ਵਧੇਗੀ। ਇਹ ਦੇਖੋ, ਜੇਕਰ ਆਬਜ਼ਰਵਰ ਅਵੇ ਮੂਵ ਕਰਨ ਲੱਗ ਜੇ ਤਾਂ ਜਿੰਨੇ ਟਾਈਮ ਦੇ ਵਿੱਚ ਪਹਿਲਾਂ ਵੇਵ ਪਹੁੰਚ ਰਹੀ ਸੀ ਉਦੋਂ ਜ਼ਿਆਦਾ ਟਾਈਮ ਲੱਗੇਗਾ। ਤਾਂ ਇੱਥੇ ਉੱਪਰ ਜਿੱਥੇ ਆਪਣੇ ਕੋਲ ਆਹ ਟਰਮ ਆਈ ਸੀਗੀ, ਇੱਥੇ ਆਪਣੇ ਕੋਲ ਕੀ ਹੋਏਗਾ, ਜ਼ਿਆਦਾ ਟਾਈਮ ਲੱਗੇਗਾ। ਇਹ ਫੈਕਟਰ ਆਪਣੇ ਕੋਲ ਕੀ ਆ ਮਾਈਨਸ ਦੇ ਵਿੱਚ ਆ ਜਾਏਗਾ। ਇਹਦਾ ਮਤਲਬ ਆਪਣੇ ਕੋਲ ਪਲੱਸ ਤੇ ਮਾਈਨਸ ਦੋ ਟਰਮਸ ਬਣਨਗੀਆਂ, ਉਧਰਲੇ ਕੇਸ 'ਚ ਵੀ ਪਲੱਸ ਤੇ ਮਾਈਨਸ। ਠੀਕ ਹੈ, ਦੇਖੋ ਉਹਨਾਂ ਨੂੰ ਹੁਣ ਸੋਰਸ ਦੇ ਵੇਖੋ, ਗੈਪ ਦੇਖੋ ਸਾਰਿਆਂ ਦੇ ਵਿਚਕਾਰ ਸੇਮ ਹੈ, ਕਿਉਂਕਿ ਸੋਰਸ ਤਾਂ ਉਹਨੇ ਨਾਲ ਹੀ ਹੁਣ ਆਬਜ਼ਰਵਰ ਮੂਵ ਕਰਨ ਲੱਗ ਗਿਆ ਤਾਂ ਨੰਬਰ ਆਫ ਵੇਵਸ ਇਹਨੂੰ ਜ਼ਿਆਦਾ ਰਿਸੀਵ ਹੋ ਰਹੀਆਂ। ਕਲੀਅਰ ਹੋਇਆ ਕਿ ਨਹੀਂ? ਨੰਬਰ ਆਫ ਵੇਵਸ ਕੀ ਹੋ ਰਹੀਆਂ, ਜ਼ਿਆਦਾ ਰਿਸੀਵ ਹੋ ਰਹੀਆਂ। ਠੀਕ ਹੈ, ਹੁਣ ਦੋਵਾਂ ਨੂੰ ਜੇ ਅਸੀਂ ਕੰਬਾਈਨ ਕਰ ਦਈਏ, ਜਿਹੜੇ ਅਸੀਂ ਹੁਣ ਤੱਕ ਪੜ੍ਹੇ ਇਹ ਦੋਵਾਂ ਨੂੰ ਅਸੀਂ ਕੰਬਾਈਨ ਕਰੀਏ, ਕਿਵੇਂ ਕੰਬਾਈਨ ਕਰਾਂਗੇ ਦੇਖੋ ਧਿਆਨ ਨਾਲ। ਇੱਕ ਆਪਣੇ ਕੋਲ ਕੀ ਹੈ ਸੋਰਸ, ਇੱਕ ਆਪਣੇ ਕੋਲ ਕੀ ਹੈ ਆਬਜ਼ਰਵਰ। ਆਬਜ਼ਰਵਰ ਵੀ ਮੂਵ ਕਰ ਸਕਦਾ ਵੀਓ ਵੈਲੋਸਿਟੀ ਨਾਲ, ਸੋਰਸ ਵੀ ਮੂਵ ਕਰ ਸਕਦਾ ਵੀਐਸ ਵੈਲੋਸਿਟੀ ਦੇ ਨਾਲ। ਸਪੀਡ ਆਫ ਸਾਊਂਡ ਦੀ ਵੀ ਵੈਲੋਸਿਟੀ ਹੈ। ਤੇ ਜੇ ਇਹਨੂੰ ਅਸੀਂ ਐ ਯਾਦ ਰੱਖੀ ਵੀ ਜਿਹੜਾ ਆਬਜ਼ਰਵਰ ਨੇ ਆਬਜ਼ਰਵ ਕਰਨਾ ਹੈ ਉਹ ਇੱਕ ਤਰ੍ਹਾਂ ਦੀ ਆਊਟਪੁੱਟ ਹੈ, ਜਿਹੜਾ ਸੋਰਸ ਨੇ ਐਮਿਟ ਕਰਨਾ ਹੈ ਉਹ ਆਪਣੇ ਕੋਲ ਕੀ ਹੈ, ਇਨਪੁੱਟ ਹੈ। ਤੇ ਜਿਹੜੀ ਅਸੀਂ ਫ੍ਰੀਕੁਐਂਸੀ ਆਪਣੇ ਕੋਲ ਆਬਜ਼ਰਵਰ ਨੂੰ ਮਿਲ ਰਹੀ ਹੈ ਉਹ ਆਊਟਪੁੱਟ ਹੀ ਹੋਗੀ। ਉਹ ਕਹਿੰਦੇ ਬਰਾਬਰ ਹੋਊਗੀ ਆਊਟਪੁੱਟ ਬਾਏ ਇਨਪੁੱਟ। ਆਊਟਪੁੱਟ ਬਾਏ ਇਨਪੁੱਟ, ਆਊਟਪੁੱਟ ਕੀ ਹੈ ਵੀ ਵੈਲੋਸਿਟੀ ਨਾਲ ਵੀ ਪਲੱਸ ਮਾਈਨਸ ਆਊਟਪੁੱਟ ਕੀ ਹੈ। ਠੀਕ ਹੈ ਜੀ, ਇਨਪੁੱਟ ਕੀ ਸੀਗਾ ਵੀ ਪਲੱਸ ਮਾਈਨਸ ਵੀ ਆਫ ਐਸ, ਕਿੰਦੀ ਫ੍ਰੀਕੁਐਂਸੀ ਤੇ ਜਿਹੜੀ ਸੋਰਸ ਨੇ ਮਿੱਟੀ। ਠੀਕ ਹੈ ਜੀ, ਹੁਣ ਇਸ ਕੇਸ ਦੇ ਵਿੱਚ ਆਪਣੇ ਕੋਲ ਕੀ ਹੈ, ਜੇਕਰ ਆਬਜ਼ਰਵਰ ਟੂਵਰਡ ਦੀ ਸੋਰਸ ਜਾ ਰਿਹਾ, ਆਬਜ਼ਰਵਰ ਟੂਵਰਡ ਦੀ ਸੋਰਸ ਜਾ ਰਿਹਾ ਤਾਂ ਆਪਣੇ ਕੋਲੇ ਕੀ ਹੋਊਗਾ, ਫ੍ਰੀਕੁਐਂਸੀ ਵਧਣੀ ਚਾਹੀਦੀ ਹੈ। ਟੂਵਰਡ ਦੀ ਸੋਰਸ ਜਾ ਰਿਹਾ ਤਾਂ ਆਬਜ਼ਰਵਰ ਜਾ ਰਿਹਾ ਤੇ ਇਹਦਾ ਮਤਲਬ ਆਹ ਵਾਲਾ ਫੈਕਟਰ ਇੱਥੇ ਕੀ ਆਏਗਾ, ਇੱਥੇ ਪਲੱਸ ਹੋ ਜਾਏਗਾ। ਤੇ ਜੇ ਆਬਜ਼ਰਵਰ ਆਵੇ ਮੂਵ ਕਰ ਰਿਹਾ ਤਾਂ ਫ੍ਰੀਕੁਐਂਸੀ ਘਟਣੀ ਚਾਹੀਦੀ ਹੈ, ਫ੍ਰੀਕੁਐਂਸੀ ਘਟਣੀ ਤਾਂ ਇੱਥੇ ਕੀ ਹੋ ਜਾਏਗਾ, ਮਾਈਨਸ ਹੋ ਜਾਏਗਾ। ਜੇ ਸੋਰਸ ਟੂਵਰਡ ਦੀ ਆਬਜ਼ਰਵਰ ਮੂਵ ਕਰ ਰਿਹਾ ਤਾਂ ਆਹ ਵਾਲੀ ਟਰਮ ਦੇ ਵਿੱਚ ਦੇਖੋ, ਜੇ ਮੈਂ ਇੱਥੇ ਪਲੱਸ ਲੈ ਲੂੰਗਾ ਤਾਂ ਘਟ ਜੂਗੀ, ਪਰ ਸੋਰਸ ਦੇ ਕਲੋਜ਼ ਜਾਣ ਨਾਲ ਵਧਣੀ ਚਾਹੀਦੀ ਹੈ। ਇਹਦਾ ਮਤਲਬ ਕਲੋਜ਼ ਜਾਣ ਨਾਲ ਮਾਈਨਸ ਆਵੇਗਾ ਤੇ ਸੋਰਸ ਦੇ ਅਵੇ ਜਾਣ ਨਾਲ ਕੀ ਆਏਗਾ, ਪਲੱਸ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਆਊਟਪੁੱਟ ਬਾਏ ਇਨਪੁੱਟ, ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ। ਇਹ ਸੀ ਬੇਟੇ ਜਿਹੜੇ ਅੱਜ ਦਾ ਟੌਪਿਕ ਹੈ ਜਿਹੜਾ ਆਪਾਂ ਡਿਸਕਸ ਕੀਤਾ। ਉਮੀਦ ਕਰਦਾ ਬੇਟੇ ਤੁਹਾਨੂੰ ਇਹ ਜਿਹੜਾ ਟੌਪਿਕ ਹੈ ਉਹ ਕਲੀਅਰ ਹੋ ਗਿਆ ਹੋਵੇਗਾ। ਥੈਂਕਸ ਐਂਡ ਹੈਵ ਏ ਨਾਈਸ ਡੇ।